ਮੇਨ ਏਮ ਜਿਹੜਾ ਹੈ ਉਹ ਹੈ ਸਿੱਖ ਮੁਸਲਿਮ ਹਾਰਮਨੀ, ਔਰ ਦੂਸਰਾ ਕਿਉਂਕਿ ਦੋਨਾਂ ਪੰਜਾਬਾਂ ਦਾ ਕਲਚਰ, ਜ਼ਬਾਨ, ਲਿਟਰੇਚਰ ਸਭ ਕੁਝ ਸਾਂਝਾ ਹੈ, ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਉਸ ਨੂੰ ਮਜ਼ੀਦ ਅੱਗੇ ਵਧਾਈਏ। ਫਿਰ ਜਿਵੇਂ ਕਿ ਸਾਰੇ ਜਾਣਦੇ ਜੇ ਕਿ ਸਿੱਖ ਹੈਰੀਟੇਜ 90% ਤੋਂ ਜ਼ਿਆਦਾ ਪਾਕਿਸਤਾਨੀ ਪੰਜਾਬ ਵਿੱਚ ਹੈ। ਚੁਨਾਚੇ ਸਾਡਾ ਇਹ ਵੀ ਮਕਸਦ ਹੈ ਕਿ ਅਸੀਂ ਜਿਤਨੇ ਵੀ ਸਾਡੇ ਅਹਿਬਾਬ ਬਾਹਰੋਂ ਪਾਕਿਸਤਾਨ ਆਉਂਦੇ ਨੇ ਆਪਣੇ ਇਸ ਮਜ਼ਹਬੀ ਰਸੂਮਾਤ ਦੀ ਅਦਾਇਗੀ ਲਈ, ਉਹਨਾਂ ਨੂੰ ਜਿਤਨਾ ਵੀ ਮੁਮਕਿਨ ਹੋ ਸਕੇ ਫੈਸਿਲਿਟੇਟ ਕੀਤਾ ਜਾਏ। ਔਰ ਫਿਰ ਇਹ ਕਿ ਸਾਡਾ ਇੱਕ ਕੁਆਰਟਰਲੀ ਮੈਗਜ਼ੀਨ ਹੈ ਪੰਜਾਬ ਦੇ ਰੰਗ, ਉਹਦੇ 'ਚ ਅਸੀਂ ਇੰਗਲਿਸ਼ ਵੀ ਸ਼ਾਮਿਲ ਕਰਨੇ ਆ, ਗੁਰਮੁਖੀ ਵੀ ਔਰ ਸ਼ਾਹਮੁਖੀ ਵੀ, ਔਰ ਉਹਦੇ ਵਿੱਚ ਵੀ ਅਸੀਂ ਆਪਣੇ ਜਿਹੜੇ ਸਾਡੇ ਏਮ ਨੇ ਇਹਨਾਂ ਨੂੰ ਮੱਦੇਨਜ਼ਰ ਰੱਖਦੇ ਆ ਕਿ ਐਸੀਆਂ ਲਿਖਤਾਂ ਜਿਹੜੀਆਂ ਕਲਚਰ ਤੋਂ ਬਿਲੋਂਗ ਕਰਦੀਆਂ ਨੇ ਜਾਂ ਸਿੱਖ ਮੁਸਲਿਮ ਧਰਮ ਦੀ ਹਾਰਮਨੀ ਬਾਰੇ ਨੇ, ਜਾਂ ਜਿਹੜੀ ਸਾਡੀ ਐਕਟੀਵਿਟੀਜ਼ ਨੇ ਉਸ ਨੂੰ ਅਸੀਂ ਉਹਦੇ 'ਚ ਸ਼ਾਮਿਲ ਕਰਨੇ ਆ। ਤੇ ਅਸੀਂ ਕੋਸ਼ਿਸ਼ ਕਰਨੇ ਆ ਕਿ ਸੈਮੀਨਾਰ ਦੇ ਜ਼ਰੀਏ, ਵੈਬੀਨਾਰ ਦੇ ਜ਼ਰੀਏ ਆਪਣੇ ਇਹ ਗੋਲ ਅਚੀਵ ਕਰ ਸਕੀਏ। ਔਰ ਇਹਦੇ ਲਈ ਮੈਂ ਬਤੌਰ ਡਾਇਰੈਕਟਰ ਦਿਆਲ ਸਿੰਘ ਰਿਸਰਚ ਐਂਡ ਕਲਚਰਲ ਫੋਰਮ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਾਂਗਾ ਕਿ ਸਾਡੇ ਨਾਲ ਜੁੜੋ। ਸਾਨੂੰ ਹਰ ਤਰ੍ਹਾਂ ਦੀ ਹੈਲਪ ਤੁਹਾਡੀ ਚਾਹੀਦੀ ਹੋਏਗੀ, ਲਿਖਣ ਵਿੱਚ ਵੀ ਔਰ ਵੈਬੀਨਾਰ ਸੈਮੀਨਾਰ ਦੇ ਦੌਰਾਨ ਵੀ। ਤੇ ਇੱਕ ਅਸੀਂ ਲੈਕਚਰ ਸੀਰੀਜ਼ ਸ਼ੁਰੂ ਕੀਤੀ ਹੈ ਤਾਂ ਕਿ ਜਿਹੜੇ ਦੋਸਤ ਬਾਹਰ ਬੈਠੇ ਨੇ ਔਰ ਉਹਨਾਂ ਲਈ ਫਿਜ਼ੀਕਲੀ ਇੱਥੇ ਆਉਣਾ ਇਤਨਾ ਆਸਾਨ ਨਹੀਂ, ਉਹਨਾਂ ਨੂੰ ਅਸੀਂ ਸ਼ਾਮਿਲ ਕਰਕੇ ਤੇ ਜਿਹੜੇ ਰਿਸੋਰਸ ਪਰਸਨ ਨੇ ਉਹਨਾਂ ਕੋਲੋਂ ਉਹਨਾਂ ਦੇ ਮੁਤਲਕਾ ਫੀਲਡ ਲੈਕਚਰ ਕਰਵਾਉਂਦੇ ਆ। ਔਰ ਇਹ ਵੀ ਅਲਹਮਦੁਲਿਲਾ ਅੱਜ ਉਸੇ ਸਿਲਸਿਲੇ ਦਾ ਗੁਰਚਰਨ ਸਿੰਘ ਦਾ ਲੈਕਚਰ ਹੈ, ਔਰ ਇਹ ਸਾਡੀ ਸੀਰੀਜ਼ ਵੀ ਅਲਹਮਦੁਲਿਲਾ ਪਸੰਦ ਵੀ ਕੀਤੀ ਗਈ ਹੈ ਔਰ ਬਹੁਤ ਕਾਮਯਾਬ ਵੀ ਹੈ। ਤੇ ਇਹਦੇ ਨਾਲ ਹੀ ਮੈਂ ਹੁਣ ਗੁਰਚਰਨ ਸਿੰਘ ਲਾਮਾ ਜੀ ਨੂੰ ਕਹਾਂਗਾ ਕਿ ਉਹ ਅੱਜ ਦੇ ਮੌਜੂ ਦੇ ਹਵਾਲੇ ਨਾਲ ਗੱਲਬਾਤ ਸ਼ੁਰੂ ਕਰਨ। ਜੀ ਲਾਮਾ ਸਾਹਿਬ, ਓਵਰ ਟੂ ਯੂ ਸਰ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਔਰ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਉਸ ਪਾਵਨ ਪਵਿੱਤਰ ਧਰਤੀ ਨਾਲ ਫਿਰ ਜੁੜਨ ਦਾ ਮੌਕਾ ਦਿੱਤਾ, ਔਰ ਖਾਸ ਕਰਕੇ ਗੁਰਪੁਰਬ ਦੇ ਮੌਕੇ ਦੇ ਉੱਤੇ ਤੋਂ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ, ਨਾ ਬਲਕਿ ਪ੍ਰਕਾਸ਼ ਹੀ ਹੋਇਆ ਬਲਕਿ ਉਸ ਥਾਂ ਤੋਂ ਹੀ ਉਹ ਸਾਰੀ ਗੱਲ ਜਿਹੜੀ ਹੈ ਸਾਰੀ ਕਾਇਨਾਤ ਦੇ ਵਿੱਚ ਫੈਲੀ, ਇੱਕ ਛੋਟੇ ਜਿਹੇ ਗ੍ਰਾਂ ਦੇ ਵਿੱਚੋਂ ਹੋ ਕੇ, ਔਰ ਉਹ ਗੱਲ ਜਾਣੀ। ਔਰ ਉਹਦੇ ਵਿੱਚ ਉਹਨਾਂ ਦੀਆਂ ਜਿਹੜੀ ਸ਼ਖਸੀਅਤ ਦੀ ਇੱਕ ਗੱਲ ਮੈਨੂੰ ਜੋ ਨਜ਼ਰ ਆ ਰਹੀ ਹੈ, ਉਹ ਦੋ ਚੀਜ਼ਾਂ ਬੜੀਆਂ ਅਹਿਮ ਹੈਗੀਆਂ ਜਿਹਦੇ ਹਵਾਲੇ ਨਾਲ ਮੈਂ ਗੱਲ ਕਰਾਂ। ਤੇ ਉਸ ਤੋਂ ਪਹਿਲੇ ਇਹ ਜਿਹੜੀ ਸਰਜ਼ਮੀਨ ਸੀ, ਇਹ ਜਿਹੜਾ ਖਿੱਤਾ ਸੀ, ਇੱਥੇ ਦੋ ਬਹੁਤ ਹੀ ਅਮੀਰ, ਬਹੁਤ ਸ਼ਾਨਦਾਰ ਦੋ ਫਲਸਫੇ ਇੱਥੇ ਆਏ। ਇੱਕ ਫਲਸਫਾ ਸੀ ਰੱਬੁਲ ਆਲਮੀਨ ਦਾ, ਔਰ ਦੂਜਾ ਫਲਸਫਾ ਸੀ ਵਸੁਦੈਵ ਕੁਟੁੰਬਕਮ। ਵਸਦਾ ਧਰਤੀ ਨੂੰ ਕਹਿੰਦੇ ਹੈ, ਔਰ ਕੁਟੁੰਬ ਕਹਿੰਦੇ ਹੈ, ਉਹ ਤੇ ਪੰਜਾਬੀ ਦੇ ਵਿੱਚ ਵੀ ਵਰਤਿਆ ਜਾਂਦਾ ਹੈ ਕਿ ਸਾਰੀ ਧਰਤੀ ਇੱਕ ਪਰਿਵਾਰ ਹੈ। ਪਰ ਇਹ ਇਤਨੇ ਸ਼ਾਨਦਾਰ ਫਲਸਫੇ ਇਸ ਧਰਤੀ ਦੇ ਉੱਤੇ ਇਹਨਾਂ ਦਾ ਸੁਮੇਲ ਹੋਣ ਦੀ ਬਜਾਏ, ਤਾਲਮੇਲ ਹੋਣ ਦੀ ਬਜਾਏ, ਇਹ ਬਹੁਤ ਸਾਡੀ ਬਦਕਿਸਮਤੀ ਜਾਂ ਇਨਸਾਨੀਅਤ ਦੀ ਬਦਕਿਸਮਤੀ ਇਹ ਜਿਹੜੀ ਸੀ ਇੱਕ ਟਕਰਾਅ 'ਚ ਆ ਗਈ। ਔਰ ਇਸ ਹਾਲਾਤ ਦੇ ਵਿੱਚ ਜਦੋਂ ਐਸੇ ਹਾਲਾਤ ਸੀ ਇਸ ਧਰਤੀ ਦੇ ਉੱਤੇ, ਔਰ ਇੱਕ ਚੀਜ਼ ਇਸ ਦੇ ਲਈ ਇੱਕ ਨਵੀਂ ਚੀਜ਼ ਇੱਥੇ ਪੈਦਾ ਹੋਈ, ਉਹ ਸੀ ਸ਼ਾਸਤਰਾਰਥ ਦੀ, ਬਹਿਸ ਮਬੈਸੇ ਦੀ, ਡਿਬੇਟ ਦੀ। ਹੁਣ ਜਿੱਥੇ ਵੀ ਡਿਬੇਟ ਹੋਏਗਾ, ਜਿੱਥੇ ਵੀ ਡਿਬੇਟ ਤੁਸੀਂ ਕਰੋਗੇ, ਉੱਥੇ ਇੱਕ ਸ਼ਖਸ ਜਿੱਤੇਗਾ, ਇੱਕ ਸ਼ਖਸ ਹਾਰੇਗਾ।
ਉਹ ਇੱਕ ਦੀ ਅਹਮ ਜਿਹੜੀ ਹੈ ਉਹਦਾ ਤਕੱਬਰ ਹੋਰ ਵਧੇਗਾ, ਉਹ ਹੋਰ ਇੱਕ ਕਿਸਮ ਦਾ ਪੱਕਿਆ ਹੋਏਗਾ। ਹੁਣ ਇਸ ਹਾਲਾਤ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇਸ ਧਰਤੀ ਦੇ ਉੱਤੇ ਆਏ ਹੈ ਤੇ ਉਹਨਾਂ ਨੇ ਦੋ ਯੂਨੀਕ ਚੀਜ਼ਾਂ ਕੀਤੀਆਂ ਜਿਹੜੀਆਂ ਅੱਜ ਵੀ ਅਸੀਂ ਕਰ ਸਕਦੇ ਹਾਂ, ਅਗਰ ਉਸ ਨੂੰ ਅਪਣਾ ਲਈਏ। ਮੇਰਾ ਖਿਆਲ ਹੈ ਜਿਹੜਾ ਤੁਹਾਡਾ ਇਸ ਫੋਰਮ ਦਾ ਔਰ ਜਿਹੜੀ ਰਿਸਰਚ ਫੋਰਮ ਦਾ ਜਿਹੜੇ ਤੁਸੀਂ ਕਰਨਾ ਚਾਹੁੰਦੇ ਹੋ, ਪਹਿਲੀ ਗੱਲ ਤਾਂ ਉਹਨਾਂ ਨੇ ਕਿਧਰੇ ਵੀ ਸ਼ਾਸਤਰਾਰਥ ਜਾਂ ਡਿਬੇਟ ਨਹੀਂ ਕੀਤਾ, ਕਦੀ ਨਹੀਂ ਕੀਤਾ। ਉਹਨਾਂ ਨੂੰ ਜਿੰਨਾ ਮਰਜ਼ੀ ਪ੍ਰਵੋਕ ਵੀ ਕੀਤਾ ਗਿਆ, ਖੁੰਦਕ ਵੀ ਦਵਾਈ ਗਈ, ਉਹਨਾਂ ਨੇ ਡਿਬੇਟ ਨਹੀਂ ਕੀਤਾ। ਉਹਨਾਂ ਨੇ ਕਿਹਾ ਗੱਲਬਾਤ ਕਰ ਲਈਏ, ਮਜ਼ਾਕਰਾਤ ਕਰ ਲਈਏ। ਉਹਨਾਂ ਨੇ ਉਸ ਨੂੰ ਗੋਸ਼ਟੀ ਕਿਹਾ, ਗੋਸ਼ਟੀ ਕਰੀਏ। ਬਲਕਿ ਬੜਾ ਇੱਕ ਜਨਮ ਸਾਖੀਆਂ ਬੜਾ ਅਹਿਮ ਸੋਰਸ ਹੈ, ਉਹਦੇ ਵਿੱਚ ਆਉਂਦਾ ਹੈ ਕਿ ਜਦੋਂ ਸੁਮੇਰ ਪਰਬਤ ਦੇ ਉੱਤੇ ਗਏ ਤਾਂ ਇੱਕ ਜਿਹੜਾ ਯੋਗੀ ਸੀ ਉਹ ਬੜੇ ਗੁੱਸੇ ਵਿੱਚ ਝੂਮਦਾ ਝਾਮਦਾ ਆਇਆ। ਜਦੋਂ ਆਇਆ ਤੇ ਉਹਦੇ ਚ ਲਿਖਿਆ, ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਇਹਦੇ ਨਾਲ ਦੋ ਹੱਥ ਕਰਾਂ, ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ, ਕਹਿੰਦੇ ਹੱਸ ਪਏ, ਕਹਿੰਦੇ ਅਸੀਂ ਇੱਥੇ ਗੋਸ਼ਟੀ ਕਰਨ ਆਏ ਆ, ਕੁਸ਼ਤੀ ਕਰਨ ਨਹੀਂ ਆਏ। ਕਿਤਨਾ ਸਿੰਪਲ ਚੀਜ਼ ਹੈਗੀ ਹੈ ਕਿ ਜੇ ਅਸੀਂ ਡਿਸਕਸ ਕਰਾਂਗੇ, ਉਹਦੇ ਵਿੱਚ ਕੁਝ ਹਾਸਲ ਕਰਾਂਗੇ। ਤਾਂ ਕਰਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ, ਜਬ ਲਗ ਦੁਨੀਆ ਰਹੀਏ ਨਾਨਕ, ਕਿਛ ਸੁਣੀਏ ਕਿਛ ਕਹੀਏ। ਹੁਣ ਉਹਨਾਂ ਦਾ ਤਰੀਕਾਕਾਰ ਮੈਂ ਇਹੀ ਸਮਝਣ ਦੀ ਕੋਸ਼ਿਸ਼ ਕਰਦਾ, ਔਰ ਕਾਫੀ ਬਹੁਤ ਹੀ ਸੰਜੀਦਗੀ ਦੇ ਨਾਲ ਉਹਨਾਂ ਦਾ ਤਰੀਕਾਕਾਰ ਕੀ ਸੀਗਾ। ਉਹਨਾਂ ਨੇ ਕਦੀ ਵੀ ਕਿਸੇ ਨੂੰ ਜਾ ਕੇ ਇਹ ਨਹੀਂ ਕਿਹਾ ਕਿ ਤੂੰ ਗਲਤ ਹੈਗਾ, ਨਹੀਂ ਕਿਹਾ। ਉਹਦੇ ਨਾਲ ਤੁਰਦੇ ਸੀ, ਉਹਦੇ ਨਾਲ ਤੁਰਦੇ ਸੀ। ਉਹ ਕਹਿੰਦੇ, ਆਵੋ ਭੈਣੇ ਗੱਲ ਮਿਲੋ, ਅੰਕ ਸਹੇਲੜੀਆਂ, ਮਿਲ ਕੇ ਕਰੋ ਕਹਾਣੀਆਂ, ਸਮਰੱਥ ਕੰਤਗੀਆਂ। ਇੱਕ ਵਹਿਦੀਅਤ ਦੀ ਗੱਲ ਲੈ ਕੇ ਤੁਰਦੇ ਸੀ, ਉਹਨੂੰ ਉਸ ਤੇ ਕਨਫਰਮ ਕਰਦੇ ਸੀ। ਦੇਖੋ ਕਿਤਨਾ ਕਮਾਲ ਹੈ। ਗਏ ਹੈਗੇ ਇੱਥੇ ਮੁਲਤਾਨ ਗਏ, ਔਰ ਉੱਥੇ ਬਹੁਤ ਪੀਰ ਫਕੀਰ ਸਨ, ਬੜੇ ਪੀਰ ਸਨ, ਬਹੁਤ ਉੱਥੇ ਬਹੁਤਾਤ ਸੀ, ਬਲਕਿ ਜ਼ਰੂਰਤ ਤੋਂ ਜ਼ਿਆਦਾ ਸੀ, ਸੈਚੂਰੇਟਡ ਹੋਏ ਪਏ ਸੀਗੇ, ਓਵਰ ਸੈਚੂਰੇਟਡ ਸੀ। ਹੁਣ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਅੱਗੇ ਇੱਕ ਦੁੱਧ ਦਾ ਕਟੋਰਾ ਭਰ ਕੇ ਲੈ ਆਂਦਾ, ਔਰ ਕਹਿਣ ਲੱਗੇ, ਉਹਨਾਂ ਦਾ ਉਹ ਇਸ਼ਾਰਾ, ਜਿਹੜੇ ਵੱਡੇ ਬੰਦੇ ਹੁੰਦੇ ਆ ਉਹ ਇਸ਼ਾਰਤਨ ਗੱਲ ਕਰਦੇ ਆ। ਉਹਨਾਂ ਦਾ ਮਕਸਦ ਸੀ ਕਿ ਇਹ ਜਗ੍ਹਾ ਪੂਰੀ ਭਰੀ ਹੋਈ ਹੈ, ਹੁਣ ਤੇਰੇ ਲਈ ਕੋਈ ਥਾਂ ਨਹੀਂ ਹੈ। ਉੱਥੇ ਕੀ ਕੀਤਾ ਗੁਰੂ ਨਾਨਕ ਦੇਵ ਜੀ ਨੇ? ਬਹਿਸ ਨਹੀਂ ਕੀਤੀ, ਝਗੜਾ ਨਹੀਂ ਕੀਤਾ। ਉਹਨਾਂ ਨੇ ਬਗਲ ਚੋਂ ਕੱਢ ਕੇ ਇੱਕ ਚਮੇਲੀ ਦਾ ਫੁੱਲ ਉਹਦੇ ਉੱਤੇ ਰੱਖ ਦਿੱਤਾ ਕਿ ਮੈਂ ਤੁਹਾਨੂੰ ਡਿਸਟਰਬ ਨਹੀਂ ਕਰਾਂਗਾ, ਮੈਂ ਖਲਲ ਪੈਦਾ ਨਹੀਂ ਕਰਾਂਗਾ, ਮੈਂ ਤੁਹਾਡੇ ਵਿੱਚ ਖੁਸ਼ਬੂ ਪੈਦਾ ਕਰਾਂਗਾ। ਜੇਕਰ ਅਸੀਂ ਕਿਸੇ ਵੀ ਮਜਲਿਸ ਵਿੱਚ ਕਿਸੇ ਦੂਸਰੇ ਨੂੰ ਅਗਰ ਉਹਦੇ ਨਾਲ ਜਾ ਕੇ ਅਗਰ ਇਹ ਤਰੀਕਾਕਾਰ ਅਪਣਾ ਲਈਏ ਤਾਂ ਮੇਰਾ ਖਿਆਲ ਹੈ ਕਿ ਉਹਦੇ ਨਾਲ ਸਾਡੇ ਬਹੁਤ ਮਸਲੇ ਹੱਲ ਹੋ ਜਾਣਗੇ। ਹੁਣ ਇਹ ਤਾਂ ਇੱਕ ਸੀਗੀ ਬੁਨਿਆਦੀ। ਦੂਸਰੀ ਚੀਜ਼ ਜਿਹੜੀ ਸੀਗੀ, ਜਿਹੜੀ ਸਭ ਤੋਂ ਅਹਿਮ ਹੈ, ਕਿ ਜਦੋਂ ਗੁਰੂ ਨਾਨਕ ਦੇਵ ਜੀ ਆਏ ਹੈ, ਮੈਂ ਇੱਕ ਗੱਲ ਤੇ ਹੋਰ ਹੈਰਾਨ ਵੀ ਹੁੰਦਾ, ਬੜਾ ਮੈਨੂੰ ਥੋੜੀ ਜਿਹੀ ਹੈਰਾਨਗੀ ਹੁੰਦੀ ਹੈ ਕਿ ਉਹਨਾਂ ਦੀ ਹਯਾਤੀ ਦੇ ਵਿੱਚ ਹੀ, ਉਹਨਾਂ ਦੇ ਜੀਵਨ ਕਾਲ ਵਿੱਚ ਹੀ, ਔਰ ਉਸ ਤੋਂ ਥੋੜੇ ਚਿਰ ਬਾਅਦ ਵੀ ਬਹੁਤ ਜ਼ਿਆਦਾ ਜਿਹੜਾ ਹੈ ਉਹਨਾਂ ਦੇ ਬਾਰੇ ਲਿਖਿਆ ਗਿਆ। ਹਾਲਾਂ ਉਸ ਵੇਲੇ ਸਾਧਨ ਜਿਹੜੇ ਸੀ ਇਤਨੇ ਘੱਟ ਸੀਗੇ, ਪਰ ਫਿਰ ਵੀ ਉਹਨਾਂ ਦੇ ਬਾਰੇ ਇੰਨੀਆਂ ਨਜ਼ਮਾਂ, ਇੰਨਾ ਕੁਝ ਲਿਖਿਆ ਜਾਣਾ, ਉਹ ਹੈਰਾਨਕੁਨ ਹੈਗਾ। ਇਹਦਾ ਮਤਲਬ ਜਿਹੜੀ ਗੱਲ ਕਹੀ ਗਈ, ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ, ਉਹਨਾਂ ਦੀ ਖੁਸ਼ਬੂ, ਉਹਨਾਂ ਦੀ ਗੱਲਬਾਤ ਉਹ ਸਾਰੇ ਖਿੱਤੇ ਦੇ ਵਿੱਚ ਫੈਲੀ। ਔਰ ਉਹ ਵੱਖ-ਵੱਖ ਮਜ਼ਹਬਾਂ, ਵੱਖ-ਵੱਖ ਫਿਰਕਿਆਂ, ਵੱਖ-ਵੱਖ ਧਰਮਾਂ, ਵੱਖ-ਵੱਖ ਇਲਾਕਿਆਂ ਵਿੱਚ, ਕਦੀ ਉਹ ਜੋਗੀਆਂ ਦੇ ਵਿੱਚ ਹੈ, ਕਦੀ ਇਸਲਾਮ ਦੇ ਗੜ੍ਹ ਦੇ ਵਿੱਚ ਹੈਗੇ ਹੈ, ਜਿਹਨੂੰ ਗੜ੍ਹ ਬਗਦਾਦ ਕਹਿੰਦੇ ਹੈ, ਔਰ ਕਿਧਰੇ ਉਹ ਸਿੱਧਾਂ ਦੇ ਵਿੱਚ ਹੈ, ਕਿਧਰੇ ਹਿੰਦੂਆਂ ਦੇ ਹੈ, ਕਿਧਰੇ ਨਾਥਾਂ ਦੇ ਹੈ। ਉਹ ਸਾਰਿਆਂ ਦੇ ਕੋਲ ਜਾਂਦੇ ਹੈ, ਹਰ ਇੱਕ ਦੇ ਨਾਲ ਗੱਲਬਾਤ ਕਰਦੇ ਹੈ, ਪਰ ਕਿਧਰੇ ਵੀ ਕਦੀ ਝਗੜਾ ਨਹੀਂ ਹੋਇਆ, ਕਿਉਂਕਿ ਗੱਲ ਉਹ ਇੱਕ ਜਿਹੜਾ ਸੀ, ਬੁਨਿਆਦ ਸੀ ਕਿ ਵਹਿਦੀਅਤ ਦੀ ਗੱਲ ਕੀਤੀ ਹੈ। ਜ਼ਿਕਰ ਆਉਂਦਾ ਹੈ ਕਿ ਜਦੋਂ ਬਗਦਾਦ ਦੇ ਵਿੱਚ ਗਏ ਹੈ ਤਾਂ ਉੱਥੇ ਉਹਨਾਂ ਨੇ ਕਿਹਾ ਜੀ ਕਿ ਰੱਬ ਜਿਹੜਾ ਨਾ ਸਭ ਕੁਝ ਕਰ ਸਕਦਾ। ਹੁਣ ਦੇਖੋ ਗੱਲ ਤਰੀਕਾਕਾਰ ਹੈ ਗੱਲ ਕਰਨ ਦਾ। ਉਹ ਕਹਿੰਦੇ ਰੱਬ ਸਭ ਕੁਝ ਕਰ ਸਕਦਾ। ਹੁਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਕਿ ਰੱਬ ਸਭ ਕੁਝ ਕਰ ਸਕਦਾ। ਹੁਣ ਇੱਕ ਬੜਾ ਵੱਡਾ ਚੈਲੰਜ ਸੀ, ਇੱਕ ਬੜੀ ਵੱਡੀ ਇੱਕ ਐਸੀ ਸਟੇਟਮੈਂਟ ਸੀ ਜਿਹਨੂੰ ਉਹ ਹਜ਼ਮ ਕਰਨਾ ਬੜਾ ਮੁਸ਼ਕਿਲ ਸੀ। ਉਹ ਥੋੜਾ ਜਿਹਾ ਤੈਸ਼ ਵਿੱਚ ਵੀ ਆਏ ਕਿ ਤੈਨੂੰ ਹੁਣ ਦੱਸਣਾ ਪੈਣਾ ਹੈ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਰੱਬ ਪੈਦਾ ਕਰਨੀ ਚਾਹੇ ਤੇ ਨਾ ਕਰ ਸਕੇ। ਉਹਨਾਂ ਨੇ ਕਿਹਾ ਆ ਕੁਦਾਮ ਸਿਆਸਤ ਕੇ ਖੁਦ ਖੁਦਾਏ ਖਲੇ ਪੈਦਾ ਨਾ ਮੈਂ ਸ਼ਬਦ,
ਕਿਹੜੀ ਚੀਜ਼ ਹੈ? ਉਹਨਾਂ ਨੇ ਕਿਹਾ ਆ ਗੁਦਾਮ ਸੇ ਅਸਤ ਕੇ ਖੁਦ ਖੁਦਾਏ ਖੁਦਾਏ ਦੀਗਰ ਪੈਦਾ ਨਮੇਸ਼ਵਦ। ਜੇ ਰੱਬ ਨੂੰ ਪੁੱਛੋ ਕਿ ਤੂੰ ਇੱਕ ਰੱਬ ਹੋਰ ਪੈਦਾ ਕਰ ਲਏਗਾ, ਤੇ ਉਹ ਕਹੇਗਾ ਇਹ ਨਹੀਂ ਹੋ ਸਕਦਾ। ਦੇਖੋ ਕਿਤਨੀ ਵਹਿਦੀਅਤ ਦੇ ਉੱਤੇ ਕਿਤਨੀ ਦ੍ਰਿੜਤਾ ਹੈਗੀ ਹੈ ਕਿ ਉਹ ਰੱਬ ਇੱਕ ਹੈ। ਉਹ ਕਹਿੰਦੇ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਰੱਬ ਦੇ ਬੜੇ ਗੁਣ ਹੈ, ਬੜੀਆਂ ਤਾਰੀਫਾਂ, ਮਗਰ ਉਹਦੀ ਇੱਕ ਜਿਹੜੀ ਸਿਫਤ ਹੈਗੀ ਹੈ ਕਿ ਉਹ ਦੂਸਰਾ ਹੈ ਨਹੀਂ। ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਵੀ ਸੀਗੇ, ਉਹ ਕਹਿੰਦੇ ਸੀ ਉਹ ਇੱਕ ਦਾ ਹੀ ਇੰਨਾ ਰੋਲਾ, ਜੇ ਦੂਜਾ ਹੋਏਗਾ ਪਤਾ ਨਹੀਂ ਕੀ ਹੋ ਜਾਣਾ, ਇਸ ਕਰਕੇ ਚੰਗਾ ਹੀ ਹੈ ਦੂਜਾ ਨਹੀਂ ਹੈਗਾ। ਤਾਂ ਗੱਲ ਸਾਰੀ ਦੀ ਸਾਰੀ ਉੱਥੇ ਹੀ ਆ ਰਹੀ ਹੈ। ਹੁਣ ਜਿਹੜੀ ਮੈਂ ਜ਼ਿਕਰ ਕਰ ਰਿਹਾ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਵੇਲੇ ਹੀ ਉਹਨਾਂ ਦੀ ਖੁਸ਼ਬੂ, ਉਹਨਾਂ ਦੀ ਵਡਿਆਈ, ਉਹਨਾਂ ਦੀ ਗੱਲਬਾਤ ਦੂਰ ਦੁਰਾਡੇ ਤੱਕ ਪਹੁੰਚ ਗਈ ਸੀ। ਤੇ ਉਹ ਉਸ ਵੇਲੇ ਇੱਕ ਜਿਹੜੀਆਂ ਲੋਕ ਗਾਥਾਵਾਂ ਜਿਹੜੀਆਂ ਚਲਦੀਆਂ, ਉਹ ਪੜ੍ਹਿਆ ਜਾਂਦਾ ਸੀ। ਹੱਟ ਖੁੱਲ ਗਈ ਬਾਬੇ ਨਾਨਕ ਦੀ, ਤੇ ਸੌਦਾ ਲੈਣਗੇ ਨਸੀਬਾਂ ਵਾਲੇ, ਕਿਉਂਕਿ ਹਰ ਕੋਈ ਉਹਨਾਂ ਨੂੰ ਆਪਣਾ ਸਮਝਦਾ ਸੀ। ਉਹਨਾਂ ਦੇ ਬਾਰੇ ਕੋਈ ਇਹ ਹੀ ਨਹੀਂ ਕਹਿ ਸਕਦਾ, ਉਹਨਾਂ ਦੇ ਨਾਂ ਤੋਂ ਵੀ ਨਹੀਂ ਪਤਾ ਲੱਗਦਾ ਸੀ ਕਿ ਇਹਨਾਂ ਦਾ ਫਿਰਕਾ ਕਿਹੜਾ, ਇਹਨਾਂ ਦੀ ਜ਼ਾਤ ਕਿਹੜੀ ਹੈ, ਕਿੱਥੋਂ ਦੇ ਹੈਗੇ। ਨਾਨਕ ਨਾਂ ਹੀ ਇੱਕ ਬੜਾ ਅਜੀਬ ਜਿਹਾ, ਜਿਹੜਾ ਕਿ ਬੜਾ ਯੂਨੀਕ ਨਾਂ ਸੀਗਾ। ਤੀਸਰੀ ਗੱਲ, ਜਿਹੜੀ ਕਿਸੇ ਮੈਸੇਜ ਨੂੰ ਦੇਣ ਦੀ ਜਿਹੜਾ ਸ਼ਾਇਰੀ ਹੈ, ਉਹ ਇਲਹਾਮ ਹੈ, ਉਹ ਬਣਾ ਕੇ ਨਹੀਂ ਬਣ ਸਕਦੀ। ਤੋ ਉਹ ਜਿੰਨੀ ਉਹਨਾਂ ਨੇ ਕੀਤੀ ਹੈ, ਉਹਨਾਂ ਨੇ ਸ਼ਾਇਰੀ ਦੇ ਵਿੱਚ ਆਪਣੀ ਗੱਲ ਕੀਤੀ, ਹਰ ਥਾਂ ਦੇ ਉੱਤੇ ਸ਼ਾਇਰੀ ਚ ਕੀਤੀ ਹੈ। ਔਰ ਇਹ ਵੀ ਤੁਸੀਂ ਹੈਰਾਨ ਹੋਵੋਗੇ, ਪੰਜਾਬੀ ਵਿੱਚ ਨਹੀਂ, ਉਹਨਾਂ ਨੇ ਪਠੋਹਾਰੀ ਦੇ ਵਿੱਚ ਵੀ, ਮੁਲਤਾਨੀ ਦੇ ਵਿੱਚ ਵੀ, ਲਹਿੰਦੀ ਦੇ ਵਿੱਚ ਵੀ, ਉਹਨਾਂ ਨੇ ਸੰਸਕ੍ਰਿਤ ਦੇ ਵਿੱਚ ਵੀ, ਫਾਰਸੀ ਵਿੱਚ ਵੀ, ਅਰਬੀ ਵਿੱਚ ਵੀ, ਉਹਨਾਂ ਨੇ ਸਾਰੀਆਂ ਜ਼ਬਾਨਾਂ ਜਿਹੜੀਆਂ ਵਰਤੀਆਂ। ਇਹਦਾ ਮਤਲਬ ਉਹਨਾਂ ਦਾ ਇਲਮ ਔਰ ਉਹਨਾਂ ਨੇ ਜਿਸ ਢੰਗ ਦੇ ਨਾਲ ਕੀਤੀ, ਉਹ ਚੀਜ਼ਾਂ ਉਹਨਾਂ ਨੇ ਉਸ ਨੂੰ ਗ੍ਰਹਿਣ ਕੀਤਾ, ਉਹਨਾਂ ਨੇ ਸਾਰਾ ਕੁਝ ਸਮਝਣ ਦੀ ਕੋਸ਼ਿਸ਼ ਕੀਤੀ। ਤੋ ਅੱਜ ਜਿਹੜਾ ਤੁਸੀਂ ਮੈਨੂੰ ਹੁਕਮ ਕੀਤਾ ਹੈ ਕਿ ਸ਼ਾਇਰੀ ਦੇ ਹਵਾਲੇ ਨਾਲ, ਕਿ ਜਿਸ ਤਰ੍ਹਾਂ ਜ਼ਿਕਰ ਕੀਤਾ ਕਿ ਉਹਨਾਂ ਦੇ ਵੇਲੇ ਹੀ, ਉਹਨਾਂ ਤੋਂ ਬਾਅਦ ਬਹੁਤ ਸ਼ਾਇਰਾਂ ਨੇ ਆਪਣਾ ਖਿਰਾਜੇ ਅਕੀਦਤ ਪੇਸ਼ ਕੀਤਾ, ਉਹਦੇ ਬਾਰੇ ਕੁਝ ਗੱਲ ਕਰ ਲਈ ਜਾਏ। ਹੁਣ ਸ਼ਾਇਰ ਸਨ, ਖੁਦ ਸ਼ਾਇਰ ਸਨ। ਔਰ ਇੱਕ ਗੱਲ ਮੈਂ ਦੇਖੀ ਹੈ ਕਿ ਜੇ ਕੋਈ ਬਹੁਤ ਉੱਚ ਪਾਏ ਦਾ ਸ਼ਾਇਰ ਹੋਏਗਾ, ਤੇ ਉਸਨੂੰ ਕੋਈ ਜੇ ਦੂਸਰਾ ਹਲਕੇ ਪੱਧਰ ਦਾ ਹੋਏਗਾ, ਉਹਨੂੰ ਕੋਫਤ ਹੋਏਗੀ, ਉਹ ਨਹੀਂ ਟਿਕ ਸਕਦਾ। ਹੁਣ ਉਹ ਗੁਰੂ ਨਾਨਕ ਦੇਵ ਜੀ ਕਿਸੇ ਮਕਸਦ ਲਈ ਆਏ ਹੈ, ਚੜਿਆ ਸੋਧਣ ਧਰਤ ਲੁਕਾਈ। ਉਹ ਧਰਤ ਲੁਕਾਈ ਨੂੰ ਸੋਧਣ ਲਈ, ਕੁਝ ਗੇਨ ਕਰਨ ਲਈ ਨਹੀਂ, ਉਹ ਹਮਾਨਗੀ ਪੈਦਾ ਕਰਨ ਲਈ, ਇੱਕ ਵਹਿਦੀਅਤ ਨਾਲ ਜੋੜਨ ਲਈ ਉਹ ਇਸ ਧਰਤੀ ਦੇ ਉੱਤੇ ਆਏ। ਹੁਣ ਉਹਨਾਂ ਨੇ ਉਹ ਧਰਤ ਸੁਧਾਈ ਨੂੰ ਸੋਧਣ ਲਈ, ਧਰਤ ਲੁਕਾਈ ਨੂੰ, ਉਹਨਾਂ ਦੇ ਨਾਲ ਫੌਜ ਕਿਹੜੀ ਹੈ? ਉਹਨਾਂ ਦੇ ਨਾਲ ਫੌਜ ਚਾਹੀਦੀ ਹੈ। ਆਖਰ ਜੇ ਐਡੀ ਵੱਖ-ਵੱਖ ਇਲਾਕਿਆਂ ਦੇ ਵਿੱਚ ਔਰ ਇੱਕ ਡਾਈਵਰਸ ਇਲਾਕਿਆਂ 'ਚ ਡਾਈਵਰਸ ਫਿਲਾਸਫੀ 'ਚ ਜਾ ਰਹੇ ਹੈ, ਉਹਨਾਂ ਦੇ ਨਾਲ ਫੌਜ ਕਿਹੜੀ ਹੈ? ਉਹਨਾਂ ਦੇ ਨਾਲ ਫੌਜ ਵਿੱਚ ਉਹਨਾਂ ਦਾ ਇੱਕ ਸਾਥੀ ਹੈ, ਔਰ ਉਹ ਸਾਥੀ ਬਾਰੇ ਉਹਨਾਂ ਨੇ ਕਿਹਾ, ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਈ ਰਸੋਈ, ਉਹ ਹੈ ਭਾਈ ਮਰਦਾਨਾ। ਹੁਣ ਉਹ ਵੀ ਦੇਖ ਰਹੇ ਹੈ ਕਿ ਗੁਰੂ ਨਾਨਕ ਦੇਵ ਜੀ ਕੇਵਲ ਇੱਕ ਗੱਲ ਕਰ ਰਹੇ ਹੈ, ਉਹ ਰੱਬ ਦੀ ਤਾਰੀਫ ਕਰੀ ਜਾ ਰਹੇ, ਰੱਬ ਦੀ ਉਸਤਤ ਕਰੀ ਜਾ ਰਹੇ, ਹੋਰ ਕੁਝ ਨਹੀਂ ਹੈ। ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ, ਉਹਨਾਂ ਦੀ ਪੂਰੀ ਬਾਣੀ ਪੜ੍ਹ ਲਓਗੇ, ਉਸ ਦੇ ਵਿੱਚੋਂ ਉਹਨਾਂ ਦੇ ਪਿਤਾ ਦਾ ਨਾਮ, ਉਹਨਾਂ ਦਾ ਜਨਮ ਸਥਾਨ, ਉਹਨਾਂ ਦੇ ਹੋਰ ਕੋਈ ਸਾਥੀਆਂ ਦਾ ਜ਼ਿਕਰ ਨਹੀਂ ਆਏਗਾ। ਕੇਵਲ ਇੱਕ ਵਾਹਿਦ ਰੱਬ ਦੀ ਗੱਲ ਹੈ, ਉਹ ਸੱਚੇ ਰੱਬ ਦੀ ਗੱਲ ਹੈ। ਹੁਣ ਉਹਨਾਂ ਨੇ ਭਾਈ ਮਰਦਾਨਾ ਨੂੰ ਆਪਣਾ ਯਾਰ ਕਿਹਾ, ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਈਏ ਰਸੋਈ। ਔਰ ਉਹ ਯਾਰ ਵੀ ਕੈਸਾ ਹੈ, ਉਹ ਦੇਖੋ ਕਿਤਨੀ ਕਮਾਲ ਦੀ ਗੱਲ ਹੈ ਕਿ ਭਾਈ ਮਰਦਾਨਾ ਜਨਮ ਸਾਖੀ ਦੇ ਮੁਤਾਬਕ ਇੱਕ ਦਿਨ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ, ਨਾਨਕ ਤੇਰਾ ਮੇਰਾ ਬਹੁਤਾ ਫਰਕ ਨਹੀਂ। ਫਰਕ ਤਾਂ ਹੈ, ਫਰਕ ਤਾਂ ਹੋਏਗਾ, ਪਰ ਬਹੁਤਾ ਨਹੀਂ ਹੈਗਾ। ਕਿਉਂ? ਕਹਿੰਦੇ ਤੂੰ ਖੁਦਾ ਦਾ ਡੂਮ, ਮੈਂ ਤੇਰਾ ਡੂਮ। ਕੰਮ ਤੇਰਾ ਵੀ ਉਹੀ ਹੈ, ਕੰਮ ਤੇਰਾ ਵੀ ਉਹੀ ਹੈ, ਤੇ ਕੰਮ ਮੇਰਾ ਵੀ ਉਹੀ ਹੈ, ਪੇਸ਼ਾ ਦੋਨਾਂ ਦਾ ਇੱਕੋ ਹੀ ਹੈ। ਕਹਿੰਦੇ ਬਾਬਾ ਮੇਰਾ ਤੇਰਾ ਬਹੁਤਾ ਫਰਕ ਨਹੀਂ, ਤੂੰ ਖੁਦਾ ਦਾ ਡੂਮ, ਮੈਂ ਤੇਰਾ ਡੂਮ। ਬਸ ਅਸੀਂ ਰੱਬ ਦੇ ਡੂਮ ਬਣ ਜਾਈਏ, ਉਹਦੇ ਮਿਰਾਸੀ ਬਣ ਜਾਈਏ, ਇਹ ਕਿਤਨੀ ਵੱਡੀ ਗੱਲ ਹੈ। ਔਰ ਦੇਖੋ ਜਦੋਂ ਭਾਈ ਮਰਦਾਨਾ ਜੀ, ਜਦੋਂ ਉਹਨਾਂ ਦਾ ਆਖਰੀ ਸਮਾਂ ਆਉਂਦਾ ਹੈ,
ਔਰ ਉਹਨਾਂ ਦੇ ਵਿੱਚ ਉਹਨਾਂ ਨੇ ਪੁੱਛਿਆ ਕਿ ਉਹਦੇ ਜਿਹੜੀ ਗੱਲਬਾਤ ਹੋਈ ਹੈ ਬਹੁਤ ਸੁੰਦਰ ਜ਼ਿਕਰ ਹੈ। ਔਰ ਭਾਈ ਡਾਕਟਰ ਬਲਬੀਰ ਸਿੰਘ ਜੀ ਨੇ ਇੱਕ ਬੜੀ ਕਮਾਲ ਦੀ ਗੱਲ ਲਿਖੀ ਹੈ। ਕਹਿੰਦੇ ਭਾਈ ਮਰਦਾਨਾ ਜੀ ਦੀ ਦੇਹ ਧਰਤੀ ਦੇ ਉੱਤੇ ਪਈ ਹੈ, ਗੁਰੂ ਨਾਨਕ ਦੇਵ ਜੀ ਖੜੇ ਹੈ ਔਰ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ 2 ਅਥਰੂ ਨਿਕਲੇ ਹੈ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ। ਔਰ ਇੱਕ ਸ਼ਬਦ ਉਚਾਰਿਆ, ਇੱਕ ਉਹਨਾਂ ਦੇ ਇੱਕ ਸ਼ਬਦ ਆਇਆ ਕਿ ਟੂਟੀ ਤੰਤ ਰਬਾਬ ਕੀ ਵਾਜੇ ਨਹੀਂ ਵਿਜੋਗ। ਇਹ ਰਬਾਬੀ ਨਹੀਂ ਗਿਆ, ਰਬਾਬ ਟੁੱਟ ਗਈ ਹੈ, ਇਹ ਰਬਾਬ ਟੁੱਟ ਗਈ ਹੈ। ਰਬਾਬੀ ਤਾਂ ਮੈਂ ਸੀ, ਇਹ ਮੇਰੀ ਰਬਾਬ ਸੀ, ਮੈਂ ਇਹਨੂੰ ਵਜਾਉਂਦਾ ਸੀਗਾ। ਹੁਣ ਇਹਨਾਂ ਲਫ਼ਜ਼ਾਂ 'ਚ ਤੁਸੀਂ ਨਹੀਂ ਬਿਆਨ ਕਰ ਸਕਦੇ। ਉਸ ਵੇਲੇ ਉਹਨਾਂ ਦੇ ਉੱਤੇ ਕੀ ਤਾਰੀ ਹੋਏਗਾ, ਉਹਨਾਂ ਦੇ ਉੱਤੇ ਕਿਹੜੀ ਚੀਜ਼ ਚੱਲ ਰਹੀ ਹੋਏਗੀ, ਕਦੀ ਸੋਚਿਆ ਵੀ ਨਹੀਂ ਜਾ ਸਕਦਾ। ਕਹਿੰਦੇ ਟੂਟੀ ਤੰਤ ਰਬਾਬ ਕੀ ਵਾਜੇ ਨਹੀਂ ਵਿਜੋਗ। ਔਰ ਕਾਫੀ ਦੇਰ ਚੁੱਪ ਰਹੇ, ਕਾਫੀ ਦੇਰ ਚੁੱਪ ਰਹੇ। ਔਰ ਉਸ ਦੇ ਬਾਅਦ ਕਾਫੀ ਚਿਰ ਬਾਅਦ ਫਿਰ ਇੱਕ ਇਲਹਾਮ ਹੋਇਆ, ਇੱਕ ਆਵਾਜ਼ ਆਈ, ਉਹ ਸ਼ਬਦ ਵਿੱਚ ਆਇਆ, ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ। ਇਹ ਸੀ ਜਿਹੜੀ ਉਹਨਾਂ ਦੇ ਨਾਲ ਭਾਈ ਮਰਦਾਨਾ ਜੀ, ਜਿਹੜਾ ਸਾਰੀ ਜ਼ਿੰਦਗੀ ਉਹਨਾਂ ਦੇ ਨਾਲ ਰਹੇ। ਔਰ ਸਭ ਤੋਂ ਵੱਡੀ ਗੱਲ, ਇੱਕ ਗੱਲ ਹੋਰ ਦੇਖੋ ਕਿ ਬਾਕੀ ਅੱਜ ਕੱਲ ਕੋਈ ਥੋੜਾ ਜਿਹਾ ਵੀ ਕਿਧਰੇ ਕੁਝ ਕਰ ਦਵੇ, ਉਹ ਕਹਿੰਦਾ ਮੈਂ ਆਪਣੀ ਯਾਦਗਾਰ ਬਣਾ ਲਵਾਂ, ਮੈਂ ਇੱਕ ਇਹ ਕਰ ਲਵਾਂ। ਪਰ ਉਹਦੀ ਭਾਈ ਮਰਦਾਨਾ ਜੀ ਦੀ ਕੋਈ ਯਾਦਗਾਰ ਨਹੀਂ। ਉਹਦਾ ਕਾਰਨ ਹੈ, ਉਹ ਜਨਮ ਸਾਖੀ 'ਚ ਲਿਖਿਆ ਹੈ ਕਿ ਅਖੀਰ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਤੈਨੂੰ ਦਰਿਆ 'ਚ ਰੋੜ ਦਈਏ ਜਾਂ ਉਹਨੂੰ ਸਾੜ ਦਈਏ ਜਾਂ ਦਬ ਦਈਏ ਜਾਂ ਹਵਾ 'ਚ ਸੁੱਟ ਦਈਏ। ਉਹ ਕਹਿਣ ਲੱਗੇ ਜਦੋਂ ਤਾਤੀ ਨਿਕਲ ਗਿਆ, ਫਿਰ ਸਾੜੋ, ਰੋੜੋ, ਦੱਬੋ, ਸੁੱਟੋ, ਕੀ ਫਰਕ ਪੈਂਦਾ। ਉਹਦੇ 'ਚ ਗੁਰੂ ਨਾਨਕ ਦੇਵ ਜੀ ਨੇ ਕਿਹਾ, ਮਰਦਾਨਿਆ ਤੂੰ ਬ੍ਰਹਮ ਨੂੰ ਪਛਾਣ ਲਿਆ, ਤੂੰ ਬ੍ਰਹਮ ਗਿਆਨੀ ਹੈ। ਔਰ ਉਹਨਾਂ ਨੇ ਪੁੱਛਿਆ, ਫਿਰ ਅਗਲੀ ਲਾਈਨ ਬੜੀ ਕਮਾਲ ਦੀ ਹੈ ਕਿ ਜੇ ਤੂੰ ਕਵੇਂ ਤੇਰੀ ਬਹੁਤ ਸੋਹਣੀ ਸ਼ਾਨਦਾਰ ਇੱਕ ਯਾਦਗਾਰ ਬਣਾ ਦਈਏ। ਉਹਦੇ ਲਿਖਿਆ, ਭਾਈ ਮਰਦਾਨਾ ਕਹਿਣ ਲੱਗੇ, ਵਾਹ ਬਾਬਾ ਵਾਹ, ਬੜੀ ਮੁਸ਼ਕਲ ਤਾਂ ਸਰੀਰ ਦੀ ਸਮਾਧ ਵਿੱਚੋਂ ਨਿਕਲਣ ਲੱਗਾ, ਹੁਣ ਤੂੰ ਇਹਨੂੰ ਪੱਥਰ ਦੀ ਸਮਾਧ ਵਿੱਚ ਪਾਉਣਾ ਚਾਹੁੰਦਾ। ਸੋ ਇਹ ਜਿਹੜਾ ਇੱਕ ਜਿਹੜਾ ਹੈਗਾ ਸੀ, ਤੇ ਮੈਂ ਉਸ ਵੇਲੇ ਦੀ ਜਿਹੜਾ ਤੁਸੀਂ ਮੈਨੂੰ ਹੁਕਮ ਕੀਤਾ ਕਿ ਉਸ ਵੇਲੇ ਦੇ ਹਵਾਲੇ ਨਾਲ ਜੋ ਹਾਲਾਤ ਸੀ, ਔਰ ਉਹਦੇ ਤੇ ਗੁਰੂ ਨਾਨਕ ਦੇਵ ਜੀ ਨੇ ਖੁਦ ਆਪਣੇ ਬਾਰੇ ਕੀ ਕਿਹਾ, ਆਪਣੀ ਇੰਟਰੋਡਕਸ਼ਨ, ਆਪਣਾ ਤਾਰਫ ਉਹਨਾਂ ਨੇ ਦਿੱਤਾ ਹੈ। ਉਹ ਕਹਿੰਦੇ, ਹਉ ਢਾਡੀ ਵੇਕਾਰ ਕਾਰੇ ਲਾਇਆ। ਮੈਂ ਢਾਡੀ ਹਾਂ, ਮੈਂ ਇੱਕ ਮਰਾਸੀ ਹਾਂ, ਮੈਂ ਰੱਬ ਦਾ ਡੂਮ ਹਾਂ। ਹਉ ਢਾਡੀ ਵੇਕਾਰ ਕਾਰੇ ਲਾਇਆ, ਰਾਤ ਦੇਹ ਕੇ ਵਾਰ ਧੁਰੋਂ ਫਰਮਾਇਆ। ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਾਲਾਹ ਕਪੜਾ ਪਾਇਆ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਦਾ ਰੱਜ ਤਿੰਨ ਸੁਖ ਪਾਇਆ। ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹ ਪੂਰਾ ਪਾਇਆ। ਔਰ ਉਸ ਵੇਲੇ ਦੇ ਹਾਲਾਤ ਜੋ ਸਨ, ਉਸ ਵੇਲੇ ਦੇ ਹਾਲਾਤ ਸੀ ਕਿ ਕੀਆ, ਕਿਸੇ ਨੇ ਬਹੁਤ ਸੋਹਣਾ ਲਿਖਿਆ ਸੀ, ਕੀਆ ਕਤਲ ਲੜਕੀ ਜੋ ਪੈਦਾ हुई, जहालत की बस इंतहा हो गई। चुनाचे थी जब हिंद में तीरगी, भंवर में थी इंसान की किश्ती घिरी। खवैया जहां में हवैदा हुए, तो अल्लाह से नानक जी पैदा हुए। नानक जी अल्लाह से हुए रसूल, हकीकत में अल्लाह को था ये कबूल। और उस वेले अपने उस यार नूं नाल लैके ਉਹ ਤੁਰੇ ਹੈ। ਔਰ ਬੜਾ 2 ਲਾਈਨਾਂ 'ਚ ਤੇਜਾ ਸਿੰਘ ਸਾਬਰ ਉਹਨਾਂ ਨੇ ਬਹੁਤ ਸੋਹਣਾ ਲਿਖਿਆ, ਕਹਿੰਦੇ ਸੁੱਕੀ ਜੀ ਲੱਕੜੀ ਨੂੰ 1-2 ਨੇ ਤਾਰਾਂ, ਜਦੋਂ ਨਾਲ ਗਾਵੇ ਨਸ਼ਾ ਹੁੰਦਾ ਜਾਂਦਾ, ਬੜੇ ਮਿੱਠੇ ਮਿੱਠੇ ਬੜੇ ਸੋਹਣੇ ਸੋਹਣੇ ਉਹ ਨਗਮੇ ਸੁਣਾਉਂਦਾ। ਤੋ ਇਹ ਗੁਰੂ ਨਾਨਕ ਦੇਵ ਜੀ ਦਾ ਆਗਾਜ਼ ਸੀ। ਔਰ ਉਸ ਤੋਂ ਲੈ ਕੇ ਅੱਜ ਤੱਕ ਸ਼ਾਇਰਾਂ ਨੇ ਜਿਹੜੀ ਉਹਨਾਂ ਨੂੰ ਉਹਨਾਂ ਦੇ ਬਾਰੇ ਖਰਾਜੇ ਅਕੀਦਤ ਕਹਿ ਲਓ ਜਾਂ ਜੋ ਕੁਝ ਕਹਿ ਲਓ, ਉਹ ਉਸ ਵੇਲੇ ਤੋਂ ਹੀ ਸ਼ੁਰੂ ਹੋ ਗਈ। ਗੁਰੂ ਨਾਨਕ ਦੇਵ ਜੀ ਦੇ ਬਾਅਦ ਦੂਸਰੇ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਦੇ ਬਾਰੇ ਲਿਖਿਆ। ਗੁਰੂ ਨਾਨਕ ਦੇਵ ਜੀ ਬਾਰੇ, ਦੀਖਿਆ ਆਪ ਬੁਝਾਇਆ, ਸਿਫਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸੀਏ, ਜਿਨ ਗੁਰੂ ਨਾਨਕ ਦੇਵ। ਉਹਨਾਂ ਨੂੰ ਕਿਸ ਹੋਰ ਉਪਦੇਸ਼ ਦੀ ਲੋੜ ਹੈ, ਜਿਨੇ ਗੁਰੂ ਨਾਨਕ ਦੇਵ ਜੀ ਦਾ ਉਹ ਰਾਹ ਫੜ ਲਿਆ। ਗੁਰੂ ਅਰਜਨ ਦੇਵ ਜੀ 5ਵੇਂ ਗੁਰੂ, ਤੁਸੀਂ ਤਾਂ ਸਾਰਾ ਕੁਝ ਤੇ ਸਾਂਭਿਆ ਹੋਇਆ, ਹਰ ਚੀਜ਼ ਉੱਤੇ ਹੈ। ਉਹ ਗੁਰੂ ਅਰਜਨ ਦੇਵ ਜੀ ਦੀ ਜਗ੍ਹਾ ਲਾਹੌਰ ਦੇ ਵਿੱਚ, ਤੇ ਉਹਨਾਂ ਨੇ ਲਿਖਿਆ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ।
ਗੁਰੂ ਸਾਹਿਬ ਦੇ ਨਾਲ ਭੱਟ ਵੀ ਸੀਗੇ। ਉਹਨਾਂ ਭੱਟਾਂ ਨੇ ਬਹੁਤ ਕੁਝ ਲਿਖਿਆ, ਉਹਦਾ ਤੇ ਵੱਖਰੇ ਗ੍ਰੰਥ ਬਣ ਸਕਦੇ ਆ। ਪਰ ਇੱਕ ਭੱਟ ਉਹ ਕਹਿੰਦੇ ਆ, ਆਪ ਨਾਰਾਇਣ ਕਲਾਤਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੈ ਕਹਤੇ ਭਰਪੂਰ ਸ਼ਬਦ ਦੀਪਕ ਦੀਪਾਇਓ, ਜੇ ਸਿੱਖੇ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਔਰ ਇਸ ਦੇ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਸਮਕਾਲੀਨ ਕਹਿ ਲੋ, ਕੰਟੈਂਪਰੇਰੀ, ਜਿਹੜਾ ਭਾਈ ਗੁਰਦਾਸ ਜੀ ਨੇ ਜੋ ਲਿਖਿਆ, ਪੂਰੀ ਉਹਨਾਂ ਦੀ ਜੀਵਨ ਕਹਾਣੀ ਲਿਖੀ ਹੈ। ਔਰ ਉਹਦੇ ਵਿੱਚ ਉਹਨਾਂ ਦੇ ਕੁਝ ਜਿਹੜੇ ਗੁਣ ਲਿਖੇ ਹੈ, ਜਿਹਦੇ ਕਰਕੇ ਉਹ ਤੁਰ ਸਕੇ, ਉਹ ਮੁਕਾਬਲਾ ਕਰ ਸਕੇ, ਉਹ ਸੀ ਸਤਿਗੁਰ ਸੱਚਾ ਪਾਤਸ਼ਾਹ। ਇੱਕ ਇੱਕ ਲਫ਼ਜ਼ ਦਾ ਬੜਾ ਮਤਲਬ ਹੈਗਾ। ਉਹ ਕਹਿੰਦੇ ਸਤਿਗੁਰ ਸੱਚਾ ਪਾਤਸ਼ਾਹ ਬੇਪਰਵਾਹ ਅਥਾਹ ਸਾਹਬਾ, ਨਾ ਉਹ ਗਰੀਬ ਨਿਵਾਜ ਹੈ, ਬੇਮੋਹਤਾਜ, ਨਾ ਮੋਹ ਮੁਹਾਬਾ, ਨਾ ਉਸਨੂੰ ਮੋਹ ਹੈ, ਨਾ ਉਹਨੂੰ ਕਿਸੇ ਦੀ ਮੁਤਾਜੀ ਹੈ, ਨਾ ਉਹਨੂੰ ਕਿਸੇ ਦੀ ਪਰਵਾਹ ਹੈ। ਉਹ ਖੁਦ ਗੁਰੂ ਨਾਨਕ ਦੇਵ ਜੀ ਕਹਿੰਦੇ ਹੈ, ਪਰਵਾਹ ਨਹੀਂ ਕਿਸੇ ਕੇਰੀ ਬਾਝ ਸੱਚੇ ਨਾ, ਸਿਵਾਏ ਸੱਚੇ ਖਸਮ ਦੇ ਕਿਸੇ ਹੋਰ ਦੀ ਕਦੀ ਪਰਵਾਹ ਨਹੀਂ ਕੀ। ਅੱਗੇ ਲਿਖਦੇ, ਬੇਸੁਮਾਰ ਨਿਰੰਕਾਰ ਹੈ, ਅਲਖ ਅਪਾਰ ਅਲਾਹ ਸੰਜਾਬਾ, ਕਾਇਮ ਦਾਇਮ ਸਾਹਿਬੀ, ਹਾਜ਼ਰ ਨਾਜ਼ਰ ਵੇਦ ਕਿਤਾਬਾ, ਅਗਮ ਅਡੋਲ ਅਤੋਲ ਹੈ, ਤੋਲਣ ਹਾਰ ਨਾ ਡੰਡੀ ਛਾਬਾ, ਇੱਕ ਛਤ ਰਾਜ ਕਮਾਵਦਾ, ਦੁਸ਼ਮਣ ਦੂਤ ਨਾ ਸੋਰ ਸਰਾਬਾ, ਆਦਲ ਅਦਲ ਚਲਾਇੰਦਾ, ਜ਼ਾਲਮ ਜ਼ੁਲਮ ਨਾ ਜੋਰ ਜਰਾਬਾ, ਜਾਹਰ ਪੀਰ ਜਗਤ ਗੁਰ ਬਾਬਾ। ਇਹ ਜਗਤ ਗੁਰੂ ਹੈ, ਕਿਸੇ ਇੱਕ ਇਲਾਕੇ ਦਾ ਨਹੀਂ, ਕਿਸੇ ਕੌਮ ਦਾ ਨਹੀਂ, ਕਿਸੇ ਇੱਕ ਫਿਰਕੇ ਦਾ ਨਹੀਂ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੱਲ ਆਉਂਦੀ ਹੈ, ਹਾਲਾਂ ਉਹ ਕਹਿੰਦੇ ਹੈ, ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ, ਹਮੂ ਰਤਨ ਜੋਹਰ, ਹਮੂ ਮਾਣਕ ਅਸਤ, ਮੈਂ ਹੀ ਉਹ ਮਾਲਾ ਹਾਂ, ਮੈਂ ਹੀ ਉਸਦੇ ਮਣਕੇ ਹਾਂ, ਮੈਂ ਹੀ ਨਾਨਕ ਹਾਂ, ਮੈਂ ਹੀ ਗੋਬਿੰਦ ਹਾਂ। ਪਰ ਉਹ ਵੀ ਗੁਰੂ ਨਾਨਕ ਦੇਵ ਜੀ ਬਾਰੇ ਜਦੋਂ ਲਿਖਦੇ ਆ, ਕਹਿੰਦੇ ਤਿੰਨ ਬੇਦੀਨ ਕੀ ਕੁਲ ਵਿਖੇ, ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ ਸੁਖ ਦਏ, ਜਹ ਤੈ ਭੈ ਸਹਾਏ। ਔਰ ਇੱਕ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੀ ਸਭ ਤੋਂ ਵੱਡੀ ਚੀਜ਼ ਕੀਤੀ, ਜਿਹੜੀ ਅਰਦਾਸ ਦੀ ਪਹਿਲੀ ਪੌੜੀ ਹੈ, ਉਹਦੀ ਸ਼ੁਰੂਆਤ ਹੀ ਕੀਤੀ, ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਉੱਥੋਂ ਸ਼ੁਰੂ ਕੀਤੀ ਤਾਂ ਕਿ ਉਹ ਹਮੇਸ਼ਾ ਹਮੇਸ਼ਾ ਲਈ ਉਹ ਪਹਿਲੇ ਆਂਦਾ ਹੈ। ਹੁਣ ਭਾਈ ਨੰਦ ਲਾਲ, ਜਿਹੜੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਸ਼ਿਕ ਸਨ, ਬਹਾਦਰ ਸ਼ਾਹ ਦੇ ਟੀਚਰ, ਪੀਏ ਕਮ ਟੀਚਰ ਰਹੇ ਹੈਗੇ ਆ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਹੈ। ਔਰ ਉਹਨਾਂ ਨੇ ਬਹੁਤ ਕੁਝ ਲਿਖਿਆ, ਬੜਾ ਉਹਨਾਂ ਦਾ ਕਲਾਮ ਜਿਹੜਾ ਹੈਗਾ ਉਹ ਵੀ ਇੱਕ ਪੜ੍ਹਨ ਵਾਲਾ ਹੈ। ਉਹਨਾਂ ਨੇ ਜਦੋਂ ਗੁਰੂ ਨਾਨਕ ਦੇਵ ਜੀ ਬਾਰੇ ਗੱਲ ਕਰਦੇ ਆ, ਨਾਮ ਊ ਸ਼ਾਹੇ ਨਾਨਕ ਹਕ ਕੇਸ਼, ਕਿ ਨਿਆਇਤ ਚੁਨੂ ਦਿਗਰ ਦਰਵੇਸ਼, ਫੁਕਰੇ ਊ ਫਕਰ ਰਾ ਸਰਫਰਾਰੀ, ਪੇਸ਼ੇ ਊ ਕਾਰ ਜੁਮਲਾ ਜਾਨਬਾਜੀ, ਤਾਲਬੇ ਖਾਕ ਓ ਚੇ ਖਾਸੋ ਚੇ ਆਮ, ਚੇ ਮਲਾਇਕ ਚੇ ਹਾਜ਼ਰਾਨੇ ਤਮਾਮ। ਇਹ ਭਾਈ ਨੰਦ ਲਾਲ ਕਹਿੰਦੇ ਆ। ਔਰ ਹੁਣ ਜੇਕਰ ਲਿਆ ਜਾਏ ਤੇ ਜਿਹੜੇ ਮਾਡਰਨ ਸ਼ਾਇਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਜੇ ਉਹਨਾਂ ਦੀ ਅਸੀਂ ਗੱਲ ਕਰ ਲਈਏ ਤਾਂ ਬਹੁਤ ਪੰਥਕ ਕਵੀ ਹੋਏ ਹੈ ਤੇਜਾ ਸਿੰਘ ਸਾਬਰ। ਬਹੁਤ ਪਿਆਰੀ ਨਜ਼ਮ ਹੈ। ਜੇ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਨੂੰ ਦੇਖਣਾ ਹੈ, ਉਹਨਾਂ ਨੇ ਬਹੁਤ, ਜਿਹੜੀਆਂ ਮੈਂ 2 ਲਾਈਨਾਂ ਪਹਿਲੇ ਵੀ ਦੱਸੀਆਂ, ਉਹ ਕਹਿੰਦੇ ਕਿਉਂ ਜੀ ਸਾਈਂ ਲੋਕ ਡਿੱਠਾ, ਕਿਧਰੇ ਐਸਾ ਦੇਖਿਆ ਤੁਸੀਂ, ਨੈਣਾ ਦੇ ਅੰਦਰ ਚਮਕ ਇਸ ਤਰ੍ਹਾਂ ਦੀ, ਜਿਵੇਂ ਤਰੇਲ ਤੁਬਕੇ ਚ ਸੂਰਜ ਚਮਕਦਾ, ਡੁੱਲੇ ਖੁਮਾਰੀ ਨਸ਼ੇ ਵਿੱਚ ਗੜੁੱਚੀ, ਜਦੋਂ ਨੈਣ ਭਰ ਕੇ ਉਹ ਪਲਕਾਂ ਚਮਕਦਾ, ਚਿਹਰਾ ਜਲਾਲੀ ਤੇ ਮੱਥਾ ਏਦਾਂ ਜਿਵੇਂ ਕਲਸ ਮੰਦਰ ਦੇ ਉੱਤੇ ਟਮਕਦਾ, ਇਤਨਾ ਪਹਿਰਾਵਾ ਹੈ ਸਿੱਧਾ ਤੇ ਸਾਦਾ, ਮਾਨੋ ਲਾਲ ਗੁਦੜੀ ਦੇ ਅੰਦਰ ਦਮਕਦਾ, ਕਿਉਂ ਜੀ ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਿਰਾਂਦਾ ਸਾਈਂ ਲੋਕ ਡਿੱਠਾ। ਕਹਿੰਦੇ ਘਰੋਂ, ਕੀ ਬਾਤ ਹੈ, ਕੀ ਬਾਤ ਹੈ, ਵਾਹ। ਕਹਿੰਦੇ ਘਰੋਂ 20 ਰੁਪਏ ਨਗਦ ਲੈ ਗਿਆ ਸੀ ਤੇ ਕਹਿੰਦਾ ਸੀ ਕਰਨਾ ਸਚਾਈ ਦਾ ਸੌਦਾ। ਪਿਤਾ ਸੋਚਿਆ ਇਹ ਹੈ ਪੁੱਤਰ ਸਿਆਣਾ, ਚੁਕਾਵੇਗਾ ਇਹ ਪਾਈ ਦਾ ਸੌਦਾ, ਸੁਣਿਆ ਇਹ ਸੰਤਾਂ ਨੂੰ ਸਾਰੇ ਖਵਾ ਕੇ, ਤੇ ਕਹਿੰਦਾ ਇਹ ਕੀਤਾ ਕਮਾਈ ਦਾ ਸੌਦਾ, 13 ਕਹਿ ਕੇ ਲੁਟਾਂਦਾ ਏ ਫਿਰਦਾ, ਖੁਦਾ ਦਾ ਉਹ ਬੰਦਾ ਖੁਦਾਈ ਦਾ ਸੌਦਾ, ਕਿਉਂ ਜੀ ਕਿਤੇ ਨੇ ਕਿਸੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਿਰਾਂਦਾ ਵਪਾਰੀ ਵੀ ਡਿੱਠਾ। ਸੁੱਕੀ ਜੀ ਲੱਕੜੀ ਨੂੰ ਇੱਕ ਦੋ ਨੇ ਤਾਰਾਂ, ਜਦੋਂ ਨਾਲ ਗਾਵੇ ਨਸ਼ਾ ਹੁੰਦਾ ਜਾਂਦਾ, ਬੜੇ ਮਿੱਠੇ ਮਿੱਠੇ ਬੜੇ ਪਿਆਰੇ ਪਿਆਰੇ, ਬੜੇ ਸੋਹਣੇ ਸੋਹਣੇ ਉਹ ਨਗਮੇ ਸੁਣਾਉਂਦਾ, ਸਿਤਾਰੇ ਚੰਦਰਮਾ ਇਹ ਧਰਤੀ ਉਹ ਅੰਬਰ, ਕਿ ਸਾਰੇ ਹੀ ਆਲਮ ਨੂੰ ਬੇਖੁਦ ਬਣਾਉਂਦਾ। ਕਰਤਾਰ 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 ਕਹਿੰਦਾ ਤੇ ਸੱਚਮੁੱਚ ਹੀ ਕਰਤਾਰ
ਦਿਸਦਾ ਦਸਾਂਦਾ, ਕਿਉਂ ਜੀ ਕਿਤੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਿਰਾਂਦਾ ਉਹ ਰਾਗੀ ਵੀ ਡਿੱਠਾ। ਫੁੱਲਾਂ ਤੇ ਕਲੀਆਂ ਦੀ ਛੱਡ ਕੇ ਵਿਛਾਈ, ਉਹ ਰੋੜਾਂ ਦੇ ਉੱਤੇ ਵਿਛਾਈਆਂ ਵਿਛਾਂਦਾ। ਹੁਣੇ ਸੀ ਉਹ ਇੱਥੇ ਘੜੀ ਤਾਈ ਕਿਧਰੇ, ਪਲਾਂ ਵਿੱਚ ਸਦੀਆਂ ਦੇ ਪੈਂਡੇ ਮੁਕਾਂਦਾ। ਕਿਧਰੇ ਪੈਗੰਬਰ ਤੇ ਕਿਧਰੇ ਕੁਰਾਈਆ, ਤੇ ਕਿਧਰੇ ਵੈਰਾਗੀ ਤੇ ਤਿਆਗੀ ਸਦਾਂਦਾ। ਕਿਧਰੇ ਮਸੀਤਾਂ 'ਚ ਪੜ੍ਹਦਾ ਨਮਾਜ਼ਾਂ, ਤੇ ਕਿਧਰੇ ਉਹ ਵੇਦਾਂ ਦੇ ਮੰਤਰ ਸੁਣਾਉਂਦਾ। ਕਿਉਂ ਜੀ ਕਿਤੇ ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਿਰਾਂਦਾ ਬਰੰਗੀ ਵੀ ਡਿੱਠਾ। ਪੁੱਤਰਾਂ ਨੂੰ ਜਾਤਾ ਖਿਡਾਉਣਾ ਜਗਤ ਦਾ, ਸੇਵਾਦਾਰ ਵਿਰਸੇ ਦਾ ਵਾਲੀ ਬਣਾਇਆ। ਸਿੱਖੀ ਦਾ ਸੁੰਦਰ ਬਗੀਚਾ ਲਗਾ ਕੇ ਤੇ ਲਹਿਣੇ ਨੂੰ ਉਸਦਾ ਚਮਾਲੀ ਬਣਾਇਆ। ਮੁਹੱਬਤ ਦੇ ਸੰਚੇ 'ਚ ਢਾਲਣ ਲਈ ਦੁਨੀਆ, ਤੇ ਮਨ ਉਸਨੇ ਆਪਣਾ ਕੁਠਾਲੀ ਬਣਾਇਆ। ਸਭਨਾਂ ਨੂੰ ਦਿੱਤਾ ਉਸਨੇ ਜਵਾਬ ਐਸਾ, ਤੇ ਹੈ ਦੁਨੀਆ ਨੂੰ ਆਪਣਾ ਸਵਾਲੀ ਬਣਾਇਆ। ਕਿਉਂ ਜੀ ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋਈ ਫਿਰਦਾ ਫਿਰਾਂਦਾ ਤਿਆਗੀ ਵੀ ਡਿੱਠਾ। ਮੈਂ ਕਹਿਣਾ ਏ ਬਾਬਾ, ਇਹ ਹੁਣ ਵੱਡੀ ਗੱਲ ਜਿਹੜੀ ਕਹਿ ਰਹੇ ਹੈ, ਮੈਂ ਕਹਿਣਾ ਏ ਬਾਬਾ ਬੜੀ ਸ਼ਰਮ ਆਵੇ, ਜਨਮ ਭੂਮੀ ਤੇਰੀ ਨਹੀਂ ਸਾਂਭ ਸਕੇ। ਸੱਚਾ ਸੌਦਾ ਤੇਰਾ ਪੰਜਾ ਸਾਹਿਬ ਪਿਆਰਾ, ਬਾਬੇ ਦੀ ਬੇਰੀ ਨਹੀਂ ਸਾਂਭ ਸਕੇ। ਤੇਰਾ ਨਾਮ ਛੱਡ ਕੇ, ਤੇਰੀ ਬਾਣੀ ਭੁੱਲ ਕੇ, ਤੇਰੀ ਮਤ ਭਲੇਰੀ ਨਹੀਂ ਸਾਂਭ ਸਕੇ। ਰੋਲੇ ਵਾਂਗ ਕੱਖਾਂ, ਉੱਡੇ ਵਾਂਗ ਘੱਟੇ, ਤੂਫਾਨੀ ਹਨੇਰੀ ਨਹੀਂ ਸਾਂਭ ਸਕੇ। ਕਿਉਂ ਜੀ ਕਿਸੇ ਨੇ ਕਿਤੇ ਡਿੱਗਿਆਂ ਨੂੰ ਉਹ ਸਾਬਰ ਉਠਾਂਦਾ ਬਚਾਉਂਦਾ ਵੀ ਡਿੱਠਾ। ਇਹ ਕਹਿ ਕੇ ਉਹਨਾਂ ਨੇ ਕਹਿੰਦੇ ਕਿ ਜਦੋਂ ਮੈਂ ਨਨਕਾਣਾ ਸਾਹਿਬ ਗਿਆ, ਉੱਥੇ ਮੈਂ ਕਵਿਤਾ ਪੜ੍ਹੀ। ਕਹਿੰਦਾ ਉਹਦੇ ਬਾਰੇ ਉਹਨਾਂ ਨੇ ਆਪਣਾ ਜਿਹੜਾ ਐਕਸਪੀਰੀਅੰਸ, ਤੇਜਾ ਸਿੰਘ ਸਾਬਰ ਕਹਿੰਦੇ ਹੈ, ਕਹਿੰਦੇ ਨਨਕਾਣਾ ਸਾਹਿਬ ਜਦ ਮੈਂ ਕਵਿਤਾ ਆਪਣੀ ਪੜ੍ਹਨ ਲੱਗਾ, ਦਿਲ ਮੇਰਾ ਅੰਦਰੋਂ ਅੰਦਰੀ ਹੁੱਸ ਗਿਆ। ਇੰਜ ਲੱਗਾ ਕਿਹਾ ਨਾਨਕ ਸ਼ਾਇਰ ਨੇ, ਕਿਉਂ ਕਵੀਆ ਦਿਲ ਲਈ ਮੁੱਸ ਗਿਆ। ਜਾਂ ਕੌਮ ਮੇਰੀ ਨੂੰ ਆਖ ਦਵੀਂ, ਨਨਕਾਣਾ ਤੁਹਾਥੋਂ ਖੁੱਸਾ ਨਹੀਂ, ਗੁਰੂ ਨਾਨਕ ਤੁਹਾਥੋਂ ਰੁੱਸ ਗਿਆ। ਵਾਹ 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 ਵਾਹ। ਹੁਣ ਗੱਲ ਇਹ ਹੈ, ਬੜੀ ਸਿੱਧੀ ਹੈ। ਉਹਨਾਂ ਨੇ ਕਿਹਾ ਕੀ ਸੀਗਾ? ਉਹਨਾਂ ਨੇ ਇਹ ਕਿਹਾ ਨਾ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇਹ ਕਿਹਾ ਉਹਨਾਂ ਨੇ, ਇਹ ਕਿਹਾ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਹੁਣ ਜੇ ਅਸੀਂ ਉਸ ਨੂੰ ਨਹੀਂ ਮੰਨਣਾ, ਉਹਨੂੰ ਨਹੀਂ ਸੁਣਨਾ, ਅਸੀਂ ਫਿਲਾਸਫੀ ਦੀਆਂ ਉਹਦੀ ਡੁੰਗਾਈਆਂ ਵਿੱਚ, ਉਹਦੇ ਬਹਿਸ ਮਬਾਹਿਸ ਵਿੱਚ ਪਈ ਰਹੀਏ। ਗੱਲ ਤੇ ਬੜੀ ਸਿੱਧੀ ਜੀ ਸੀ, ਕਿਹੜੀ ਗੱਲ ਇਹਦੇ ਚ ਸਮਝਣ ਵਾਲੀ ਰਹਿ ਜਾਂਦੀ ਹੈਗੀ ਹੈ। ਸੋ ਕੇਵਲ ਇਹੀ ਨਹੀਂ, ਬਹੁਤ ਮਸ਼ਹੂਰ ਸ਼ਾਇਰ ਸੀ ਬਾਬੂ ਫਿਰੋਜ਼ਦੀਨ ਸ਼ਰਫ। ਉਹਨਾਂ ਨੇ ਲਿਖਿਆ ਕਿ ਰੁਤਬੇ ਸ਼ਾਹਾਂ ਦੇ ਰੱਖਦੇ ਜੱਗ ਉੱਤੇ, ਤੇਰੇ ਬੂਹੇ ਦੇ ਜਿਹੜੇ ਫਕੀਰ ਨਾਨਕ, ਪੱਕੀ ਸਨਦ ਹੈ ਸਵਰਗ ਦੇ ਵਾਸਤੇ, ਤੇਰੀ ਗੁਦੜੀ ਦੀ ਪਾਟੀ ਲੀਰ ਨਾਨਕ। ਤੇਰੇ ਪੈਰਾਂ ਦੀ ਬੱਲੀ ਜਿਸ ਖਾਕ ਪਿੰਡੇ, ਕੁੰਦਨ ਹੋ ਗਿਆ ਉਹਦਾ ਸਰੀਰ ਨਾਨਕ। ਭਲਾ ਬੰਦੇ ਹਕੀਕਤ ਕੀ ਰੱਖਦੇ ਨੇ, ਕੱਢੇ ਪੱਥਰਾਂ ਦੇ ਵਿੱਚੋਂ ਨੀਰ ਨਾਨਕ। ਹੋਏ ਉਸ ਤਰ੍ਹਾਂ ਠੀਕਰੇ ਠਾਕਰਾਂ ਦੇ, ਗਏ ਘੱਤ ਕੇ ਜਿੱਧਰ ਵਹੀਰ ਨਾਨਕ। ਪਾਇਆ ਇੱਕ ਓਂਕਾਰ ਦੇ ਰਾਹ ਸਿੱਧੇ, ਪਾ ਕੇ ਇੱਕ ਦੀ ਇੱਕ ਲਕੀਰ ਨਾਨਕ। ਜਿਹੜੇ ਜਿਹੜੇ ਸਨ ਜ਼ੁਲਮ ਕਮਾਉਣ ਵਾਲੇ, ਤੁਸਾਂ ਕਰ ਦਿੱਤੇ ਸਿੱਧੇ ਤੀਰ ਨਾਨਕ। ਜਲਵੇ ਨੂਰ ਦੇ ਵੇਖਦਾ ਰਹਾ ਹਰਦਮ, ਵਸੇ ਅੱਖੀਆਂ ਵਿੱਚ ਤਸਵੀਰ ਨਾਨਕ। ਦੁਨੀਆ ਥੱਕ ਗਈ ਏ ਗਿਣ ਗਿਣ ਗੁਣ ਤੇਰੇ, ਪਾਇਆ ਅੰਤ ਨਾ ਗੁਣੀ ਗਹੀਰ ਨਾਨਕ। ਕਰਾਂ ਦੱਸ ਕੀ ਸ਼ਾਨ ਬਿਆਨ ਤੇਰੀ, ਗੁਰੂ ਸਿੱਖਾਂ ਦੇ ਸ਼ਰਫ ਦੇ ਪੀਰ ਨਾਨਕ। ਇੱਕ ਹੋਰ ਸ਼ਾਇਰ ਪੰਜਾਬ ਦੇ, ਜਿਹੜੇ ਬਹੁਤ ਇੱਕ ਬੈਂਚਮਾਰਕ ਕਹਿ ਲੋ, ਲਾਲਾ ਧਨੀ ਰਾਮ ਚਾਤਰਕ। ਉਹਨਾਂ ਦਾ ਜਿਸ ਦੇ ਚਾਨਣ ਰਿਸ਼ਮਾਂ ਪਈਆਂ ਲਹਿਣੇ ਦੇ ਆਈਨੇ ਤੇ, ਉਸ ਜੋਤ ਨੇ ਛਾਪ ਲੰਗਾਈ ਕੰਧਾਰੀ ਦੇ ਸੀਨੇ ਤੇ। ਬਾਲਕ ਵਾਗੀ ਬੁੱਢਾ ਕੀਤਾ, ਬੇਰ ਬਣਾਇਆ ਰੇਠੇ ਦਾ, ਰਾਏ ਬੁਲਾਰ ਮੁਰੀਦ ਕਰ ਲਿਆ ਪਾਕੇ ਨੂਰ ਨਗੀਨੇ ਤੇ। ਕਿਰਤੀ ਦਾ ਭੰਡਾਰ ਵਿਖਾਇਆ ਅੰਨੇ ਮਾਇਆ ਧਾਰੀ ਨੂੰ, ਸੱਜਣ ਠੱਗ ਨੂੰ ਝਾਤ ਪਵਾਈ ਘਰ ਵਿੱਚ ਪਈ ਦਫੀਨੇ ਨੇ। ਬ੍ਰਾਹਮਣ ਕਾਜ਼ੀ ਦੋਵੇਂ ਰਗੜੇ ਨੀਅਤ ਦੀ ਕਸਵੱਟੀ ਤੇ, ਉਹ ਅਛੂਤ ਬਰਾਬਰ ਤੋਲੇ ਕਰਤਬ ਦੇ ਤਖਮੀਨੇ ਤੇ। ਪ੍ਰੇਮ ਨਸ਼ੇ ਥੀ ਖੀਵਾ ਕੀਤਾ ਅਮਲਾਂ ਦੇ ਦੀਵਾਨੇ ਨੂੰ, ਮੱਕੇ ਵਾਲੇ ਨੂੰ ਪਰਮਾਇਆ ਦਿਲ ਦੇ ਪਾਕ ਮਦੀਨੇ ਤੇ। ਵਹਿਦਤ ਦਾ ਵਪਾਰੀ ਆਇਆ ਹਾਦੀ ਹਿੰਦੂ ਮੁਸਲਮ ਦਾ, ਮੰਦਰ ਮਸਜਿਦ ਸਾਂਝੇ ਕੀਤੇ ਮਿੱਟੀ ਪਾਈ ਕੀਨੇ ਤੇ। ਆ ਜਾ ਮਨ ਅੱਜ ਸ਼ੁਕਰਾਨੇ ਕਰੀਏ, ਬਾਬੇ ਏ ਕੰਕਾਰੀ ਦੇ, ਜਿਸ ਨੇ ਜੋਤ ਜਗਾਈ ਆਣ ਗਵਾਚੇ ਮਾਲ ਖਜ਼ੀਨੇ ਤੇ। ਦੁਨੀਆ ਵਾਲਿਓ ਕੁਝ ਨਾ ਪੁੱਛੋ ਮੇਰੇ, ਐਬ ਸਵਾਬਾਂ ਦੀ ਚਾਤਰਿਕ ਦਾ ਹੈ ਇਹ ਤਕਵਾ, ਆਪਣੇ ਰਹਿ ਬਰਦਾਨੇ ਬੀਨੇ ਤੇ। ਇੱਕ ਹੋਰ ਰੂਹਾਨੀ ਸ਼ਾਇਰ ਹੈ, ਜਿਨ੍ਹਾਂ ਨੂੰ ਬਹੁਤ, ਉਹਨਾਂ ਦੀ ਸ਼ਾਇਰੀ ਬਿਲਕੁਲ ਰੂਹਾਨੀਅਤ ਵਿੱਚ ਗੜੁੱਚ ਹੁੰਦੀ ਹੈ, ਭਾਈ ਵੀਰ ਸਿੰਘ ਜੀ। ਉਹਨਾਂ ਨੇ ਲਿਖਿਆ, ਕਹਿੰਦੇ ਇਹ ਲਫ਼ਜ਼ ਸੁਣਨ ਵਾਲੇ ਹੈ, ਕਹਿੰਦੇ ਸੁਪਨੇ ਵਿੱਚ ਤੁਸੀਂ ਮਿਲੇ ਆ ਸਾਨੂੰ,
ਅਸੀਂ ਧਾ ਗਲਵਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਧਾ ਚਰਨਾਂ ਤੇ ਸੀਸ ਨਿਵਾਇਆ, ਸਾਡੇ ਮੱਥੇ ਛੋਹ ਨਾ ਪਾਈ, ਤੁਸੀਂ ਉੱਚੇ ਅਸੀਂ ਨੀਵੇਂ ਸਾਂ, ਸਾਡੀ ਪੇਸ਼ ਨਾ ਗਈਆ ਕਾਈ। ਫਿਰ ਲੜ ਫੜਨੇ ਨੂੰ ਉੱਠ ਦੌੜੇ, ਪਰ ਲੜੋ ਬਿਜਲੀ ਲਹਿਰਾਂ, ਉੱਡਦਾ ਜਾਂਦਾ ਪਰ ਉਹ ਆਪਣੀ ਛੋਹ ਸਾਨੂੰ ਗਿਆ ਲਾਈ। ਮਿੱਟੀ ਚਮਕ ਪਈ ਇਹ ਮੋਈ, ਤੇ ਤੁਸੀਂ ਲੂਆਂ ਵਿੱਚ ਲਿਸ਼ਕੇ, ਬਿਜਲੀ ਕੂੰਦ ਗਈ ਬਰ ਥਰਾਂਦੀ, ਹੁਣ ਚਕਾ ਚੂੰਦ ਹੈ ਰਚਾਈ। ਇੱਕ ਸਰਕਾਰੀ ਅਫਸਰ ਸਨ ਪ੍ਰਕਾਸ਼ ਸ਼ਿਮਲਵੀ ਜੀ। ਉਹ ਉਹਨਾਂ ਦੇ ਲਫ਼ਜ਼ 4 ਲਾਈਨਾਂ 2 ਲਾਈਨਾਂ ਦੇ ਵਿੱਚ ਹੀ ਉਹਨਾਂ ਨੇ ਜਿਹੜੀ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਮੁਖਾਤਬ ਕੀਤਾ, ਉਹ ਕਮਾਲ ਕਰਦੇ ਹੈ। ਕਹਿੰਦੇ ਤੈਨੂੰ ਕੀ ਦੱਸਾਂ ਮੇਰੇ ਬਾਦਸ਼ਾਹ, ਖੁਸ਼ ਨਸੀਬ ਹਾਂ ਕਿ ਮੇਰਾ ਸਾਈਂ ਹੈ ਤੂੰ। ਤੈਨੂੰ ਕੀ ਦੱਸਾਂ ਮੇਰੇ ਬਾਦਸ਼ਾਹ, ਖੁਸ਼ ਨਸੀਬ ਹਾਂ ਕਿ ਮੇਰਾ ਸਾਈਂ ਹੈ ਤੂੰ। ਮੇਰੇ ਕੋਲ ਰਹਿਣਾ, ਮੇਰੇ ਵਿੱਚ ਵਸਣਾ, ਮੇਰੇ ਪਿੰਡ ਦਾ ਮੇਰਾ ਗਰਾਈ ਹੈ। ਕਿੰਨਾ ਨਿੱਘ ਹੈ, ਕਿੰਨਾ ਪਿਆਰ ਹੈ। ਹੁਣ ਇਹਨਾਂ ਦੀ ਸਟਾਈਲ ਇਹ ਹੈ, ਹੁਣ ਗੁਰਦੇਵ ਸਿੰਘ ਮਾਨ ਉਹ ਗੁਰੂ ਨਾਨਕ ਦੇਵ ਜੀ ਨੂੰ ਮੁਖਾਤਬ ਕਰ ਰਹੇ ਹੈ, ਬਿਲਕੁਲ ਕੰਟਰਾਸਟ ਹੈ। ਉਹ ਇੱਕ ਕਿਸਮ ਦਾ ਜਿਵੇਂ ਨਾ ਕਿਹਨਾਂ ਲਫ਼ਜ਼ਾਂ 'ਚ ਕਰ ਰਹੇ ਹੈ, ਉਹ ਕਹਿੰਦੇ ਆ ਯਾਦ ਰੱਖੀ ਓਏ ਪੰਜੇ ਵਾਲਿਆ। ਉਹਨਾਂ ਦੀ ਸਟਾਈਲ ਸ਼ਿਮਲਵੀ ਜੀ ਦੀ ਸਟਾਈਲ ਤੇ ਉਹਨਾਂ ਦੀ, ਕਹਿੰਦੇ ਯਾਦ ਰੱਖੀ ਓਏ ਪੰਜੇ ਵਾਲਿਆ, ਮੁੜ ਨਾ ਪੰਜਾ ਲਾਇਆ, ਜਗ ਮਰਦਾਨਾ ਮਰ ਜਾਊ ਤੇਰਾ ਪੱਥਰ ਹੇਠ ਤੇ ਆਇਆ। ਇੱਕ ਹੋਰ ਸ਼ਾਇਰ ਜਿਹੜੇ ਕਿ ਬਿਲਕੁਲ ਉਹਨਾਂ ਦਾ ਅਜਬ ਆਪਣੀ ਤਾਰੀ ਹੁੰਦਾ ਸੀ ਉਹਨਾਂ ਦੇ ਉੱਤੇ, ਉਹ ਸਨ ਸ਼ਿਵ ਬਟਾਲਵੀ, ਜਿਨ੍ਹਾਂ ਦੇ ਗੀਤ ਇਤਨੇ ਹੋਏ ਔਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹਨਾਂ ਨੇ ਵੀ ਗੁਰੂ ਨਾਨਕ ਦੇਵ ਜੀ ਬਾਰੇ ਬਹੁਤ ਨਜ਼ਮਾਂ ਲਿਖੀ, ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿਖੀਆਂ, ਜਿਹੜੀ ਕਿ ਆਮ ਕਦੀ ਸੋਚਦੇ ਨਹੀਂ। ਉਹਨਾਂ ਦੀ ਇੱਕ ਛੋਟੀ ਜਿਹੀ ਨਜ਼ਮ ਹੈ ਸੱਚਾ ਵਣਜਾਰਾ। ਗੁਰੂ ਨਾਨਕ ਦੇਵ ਜੀ ਬਾਰੇ ਉਹ ਸ਼ਿਵ ਬਟਾਲਵੀ ਕਹਿੰਦੇ ਹੈ, ਜਦੋਂ ਸੱਚ ਵਿਹਾਜ ਵਣਜਾਰਾ, ਖਾਲੀ ਹੱਥ ਘਰੇ ਨੂੰ ਆਇਆ। ਉਹਨੂੰ ਬਾਬਲ ਤਾਂ ਦਿੰਦਾ ਹੀ ਝਿੜਕਾ, ਕਿੱਥੇ ਪੈਸਾ ਤਾਂ ਰੋੜ ਗਵਾਇਆ। ਕੀ ਉਹਨੂੰ ਲੁੱਟਿਆ ਕਾਲੇ ਚੋਰਾਂ, ਜਾਂ ਕੋਈ ਠੱਗ ਬਨਾਰਸੀ ਧਾਇਆ। ਹੱਸਣ ਬੈਠ ਤੰਜਈ ਤੰਦਾਂ, ਗੱਲਾਂ ਕਰੇ ਬੋੜਾ ਦਾ ਸਾਇਆ। ਮੰਦਾ ਬੋਲੇ ਕਰਾੜ ਬੈਠਾ ਹੱਟੀ, ਹੱਸੇ ਖਵਾ ਤੇ ਡੋਲ ਟੰਗਾਇਆ। ਉਹਨੂੰ ਅੰਬੜੀ ਤਾਂ ਦਿੰਦੀ ਹੈ ਮੱਤਾਂ, ਨਾਲੇ ਕੁੱਟ ਕਲੇਜੜੇ ਲਾਇਆ। ਕਹਿੰਦੀ ਪੁੱਤ ਨਾ ਆਮਦਈ ਹੱਥੀ, ਪੈਸਾ ਪੁੱਤਾਂ ਤੋਂ ਕੋਲ ਕਮਾਇਆ। ਕੱਲੀ ਹੋਏ ਨਾ ਵਣਾ ਵਿੱਚ ਟਾਲੀ, ਕੱਲਾ ਹੋਵੇ ਨਾ ਕਿਸੇ ਦਾ ਜਾਇਆ। ਪੁੱਤੀ ਗੰਢ ਪਵੇ ਸੰਸਾਰ, ਪੁੱਤਾਂ ਬਾਝ ਉਹਦਾ ਦੇਸ਼ ਪਰਾਇਆ। ਪੁੰਜੇ ਬੈਠ ਸੁਲੱਖਣੀ ਰੋਂਦੀ, ਝੋਲੀ ਬਾਬਲ ਨੇ ਵਰ ਕਿਆ ਪਾਇਆ। ਜਿਹਦੀ ਰੱਬ ਸੱਚੇ ਸੰਗ ਯਾਰੀ, ਉਹਨੂੰ ਪੋਰੇ ਕੀ ਰੂਪ ਸਵਾਇਆ। ਤਦ ਬੇਬੇ ਨਾਨਕੀ ਬੋਲੀ, ਕਾਹਨੂੰ ਫਿਰੇ ਜੀ ਬਾਬਲ ਘਬਰਾਇਆ। ਕਦੇ ਰੱਬ ਵੀ ਬੈਠਦਾ ਏ ਹੱਟੀ, ਕਦੋਂ ਰੱਬ ਨੇ ਵਣਜ ਕਮਾਇਆ। ਹੱਟੀ ਬਹਿੰਦੇ ਕਰਾੜੀਆਂ ਦੇ ਜਾਏ, ਮੇਰਾ ਵੀਰ ਤਾਂ ਰੱਬ ਦਾ ਜਾਇਆ। ਮੇਰੇ ਨਾਲ ਟੋਰੋ ਮੇਰਾ ਵੀਰਾ, ਇੰਜ ਨਾਲ ਰਹਿਵਾਂ ਜਿਵੇਂ ਸਾਇਆ। ਚੱਲੇ ਨਾਲ ਸੁਲਤਾਨਪੁਰ ਲੋਧੀ, ਜਿੱਥੇ ਮੁਲਕ ਵਣਜ ਨੂੰ ਤਾਇਆ। ਉੱਥੇ ਲੋਧੀ ਦੇ ਦਰਬਾਰੇ 100 ਕੰਮ ਜੇ ਰੱਬ ਨੇ ਚਾਹਿਆ। ਤੇ ਇੱਕ ਬੜਾ ਵੱਡਾ ਗ੍ਰੰਥ ਇੱਕ ਲਿਖਿਆ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਪੁਰਬ ਦੇ ਉੱਤੇ, ਮੋਹਨ ਸਿੰਘ ਉਹਨਾਂ ਨੇ ਨਾਨਕਾਇਣ ਲਿਖਿਆ। ਬਹੁਤ ਕਮਾਲ ਦੀ ਉਹਦੀ ਬੋਲੀ ਔਰ ਸਾਰਾ ਕੁਝ, ਪਰ ਉਹ ਇੱਕ ਚੀਜ਼ ਉਹ ਕਮਾਲ ਕਰ ਜਾਂਦੇ ਹੈ, ਜਿੱਥੇ ਉਹਨਾਂ ਨੂੰ ਲੱਗਦਾ ਹੈ ਨਾ ਕਿਸੇ ਨੇ ਜ਼ਿਆਦਾ ਇਹਦੇ ਤੇ ਜੀ ਇਹ ਕਿੱਦਾਂ ਹੋ ਸਕਦਾ ਹੈ, ਉਹਨਾਂ ਦਾ ਇੱਕ ਤਰੀਕਾਕਾਰ ਹੈ, ਉਹ ਲਿਖ ਦਿੰਦੇ ਆ ਇਸ ਤਰ੍ਹਾਂ ਹੈ ਦੱਸਦਾ ਪੁਰਾਤਨ ਸਾਖੀਕਾਰ। ਫਿਰ ਆਪਣੀ ਗੱਲ ਕਹਿ ਜਾਂਦੇ, ਆਪਣੇ ਸਿਰ ਜ਼ਿੰਮੇਵਾਰੀ ਨਹੀਂ ਲੈਂਦੇ। ਤੇ ਉਹਨਾਂ ਨੇ ਇਹ ਲਿਖਿਆ ਹੈ ਉਸ ਗ੍ਰੰਥ ਦੇ ਵਿੱਚ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲੇ, ਕਿ ਰਾਤ ਨੂੰ ਰਾਏ ਬੁਲਾਰ ਜੀ ਨੂੰ ਅਚਾਨਕ ਅੱਬੜਵਾਏ ਉੱਠੇ ਹੈ। ਕਹਿੰਦੇ ਮੈਨੂੰ ਇਹ ਸੁਪਨਾ ਆਇਆ ਕਿ ਕੋਈ ਤਾਰਾ ਇੱਥੇ ਇਸ ਧਰਤੀ ਦੇ ਉੱਤੇ, ਤਲਵੰਡੀ ਦੇ ਉੱਤੇ ਡਿੱਗਾ। ਤੇ ਉਹ ਸਵੇਰ ਹੋਈ ਜਦੋਂ ਖਬਰ ਆਈ ਕਿ ਮਹਿਤਾ ਕਾਲੂ ਜੀ ਦੇ ਘਰ ਪੁੱਤਰ ਦਾ ਜਨਮ ਹੋਇਆ, ਉਹ ਫਿਰ ਆਏ ਹੈ, ਮਿਲਣ ਆਏ ਹੈਗੇ। ਔਰ ਉਹਦਾ ਜ਼ਿਕਰ ਜਿਹੜਾ ਉਹਨਾਂ ਨੇ ਕੀਤਾ ਹੈ, ਮੋਹਨ ਸਿੰਘ ਨੇ ਬਹੁਤ ਕਮਾਲ ਦਾ ਕੀਤਾ ਹੈ। ਕਹਿੰਦੇ ਵੱਡਾ ਵੇਲਾ ਹੋਇਆ ਜਿਹੜੇ ਵੇਲੇ ਆਣ, ਉਹਨਾਂ ਦੇ ਲਫ਼ਜ਼ ਬੜੇ ਪਿਆਰੇ, ਬੜੇ ਮਿੱਠੇ ਲਫ਼ਜ਼ ਪੰਜਾਬੀ ਦੇ। ਵੱਡਾ ਵੇਲਾ ਹੋਇਆ ਜਿਹੜੇ ਵੇਲੇ ਆਣ, ਵਿਹੜੇ ਵਿੱਚ ਕੀਤਾ ਗਿਆ ਬੈਠਣ ਦਾ ਸਮਿਆਨ। ਹੇਠਾਂ ਦਰੀਆਂ ਵਿਛੀਆਂ ਉੱਪਰ ਵਿਛੇ ਕਲੀਨ, ਕਿਧਰੇ ਪਿੜੀਆਂ ਵਾਲਣੇ ਡੱਬੇ ਖੇਸ ਰੰਗੀਨ। ਵੰਨ ਸਵੰਨ ਫੁਲਕਾਰੀਆਂ ਕੰਧਾਂ ਨਾਲ ਸੁਹਾਣ,
ਘਿੰਨਣ ਲਈ ਮੁਬਾਰਕਾਂ ਕਾਲੂ ਬੈਠਾ ਆਣ। ਸਿਰ ਤੇ ਵੱਡੀ ਪਗੜੀ, ਸਾਊਆਂ ਵਾਲੀ ਢੀਲ, ਉੱਚਾ ਬੇਦੀ ਖੱਤਰੀ, ਪਿੱਛਾ ਬੜਾ ਅਸੀਲ, ਚੌੜਾ ਮਸਤਕ ਉਸ ਦਾ, ਮਣ ਸੋਹੇ ਵਿਚਕਾਰ, ਰੰਗ ਗੋਰਾ, ਨਖ ਸੂਤਵਾਂ ਜਿਉ ਸੂਤੀ ਤਲਵਾਰ, ਪਰੇ ਅਤੇ ਦਰਬਾਰ ਵਿੱਚ ਵੱਡੀ ਜਿਸ ਦੀ ਮੁੱਛ, ਹੱਸ ਹੱਸ ਲਏ ਮੁਬਾਰਕਾਂ, ਮੂੰਹੋਂ ਕਹੇ ਨਾ ਕੁਛ। ਵੰਡਣ ਪਈਆਂ ਤਰੀਮਤਾਂ ਮਿਸਰੀ ਅਤੇ ਗਰੀ, ਟੱਪਦੀ ਫਿਰਦੀ ਨਾਨਕੀ ਕੱਜੀ ਵਿੱਚ ਜ਼ਰੀ, 5 ਸਾਲ ਦੀ ਬਾਲੜੀ ਭੱਜ ਕੇ ਘੜੀ ਘੜੀ, ਪਿਓ ਗਲ ਮਾਹਾਂ ਕੱਤਦੀ ਚਾਵਾਂ ਨਾਲ ਭਰੀ, ਸਾਊ ਰਾਏ ਬੁਲਾਰ ਜਦ ਕੀਤੀ ਖਤਮ ਨਮਾਜ਼, ਪਈ ਉਸ ਦੇ ਕੰਨ ਵੀ ਖੁਸ਼ੀਆਂ ਦੀ ਆਵਾਜ਼, ਆ ਗਿਆ ਚੇਤੇ ਉਸ ਨੂੰ ਸਰਗੀ ਵਾਲਾ ਖਾਬ, ਵਿੱਚ ਸਿਜਦੇ ਦੇ ਡਿੱਗਿਆ ਲਾਇਆ ਉਸ ਹਿਸਾਬ, ਅਸਮਾਨਾਂ ਤੋਂ ਟੁੱਟ ਕੇ ਤਾਰਾ ਜੋ ਬਲਕਾਰ, ਤਲਵੰਡੀ ਤੇ ਡਿੱਗਿਆ ਚਮਕ ਅਜਾਇਬ ਮਾਰ, ਘਰ ਕਾਲੂ ਦੇ ਚਮਕਿਆ ਭਾਵੇਂ ਉਹੀਓ ਨੂਰ, ਤਲਵੰਡੀ ਦੀ ਭੋਏ ਤੇ ਤਰੁੱਠਾ ਆਪ ਗਫੂਰ, ਮਾੜੀ ਉੱਤੋਂ ਉਤਰਿਆ ਲੈ ਬੇਗਮ ਨੂੰ ਨਾਲ, ਪਿੱਛੇ ਤੁਰੀਆਂ ਬਾਂਦੀਆਂ ਚੁੱਕ ਮਿਸ਼ਰੀ ਦੇ ਥਾਲ, ਅੱਲਾ ਦੇ ਇਸ ਕਰਮ ਤੇ ਕਰਦਾ ਸੋਚ ਵਿਚਾਰ, ਕਾਲੂ ਦੇ ਘਰ ਪੁੱਜਿਆ ਤੁਰਿਆ ਵਿੱਚ ਸਤਕਾਰ, ਦੇਣ ਮੁਬਾਰਕ ਬਹਿ ਗਿਆ ਟੁੱਕ ਕਾਲੂ ਦੇ ਕੋਲ, ਆਈ ਦਾਈ ਦੌਲਤਾਂ ਬਾਲਕ ਪਾਈ ਝੋਲ, ਤੱਕ ਬਾਲਕ ਦੀ ਦੱਖ ਨੂੰ ਝੁਕਿਆ ਰਾਏ ਬੁਲਾਰ, ਸਿਜਦਾ ਕੀਤਾ ਉਸਨੇ ਔਕੜ ਕੇ 3 ਵਾਰ, ਬੋਲੀ ਦਾਈ ਦੌਲਤਾਂ ਡੁੱਬੀ ਵਿੱਚ ਸਤਕਾਰ, 3 ਵੀਹਾਂ ਮੈਂ ਪਤਝੜਾ ਦੇਖ ਚੁੱਕੀ ਸਰਕਾਰ, ਧੌਲੇ ਮੈਨੂੰ ਆ ਗਏ ਕਰਦਿਆਂ ਇਹੋ ਕਾਰ, ਲੰਘੇ ਮੇਰੇ ਹੱਥ ਚੋਂ ਬਾਲਕ ਕਈ ਹਜ਼ਾਰ, ਐ ਪਰ ਐਸਾ ਬਾਲ ਮੈਂ ਤੱਕਿਆ ਨਹੀਂ ਕਦੀ, ਆਪਣੀ ਸਾਰੀ ਉਮਰ 'ਚ ਮੈਨੂੰ ਸਹੁੰ ਨਬੀ, ਜਿਸ ਵੇਲੇ ਜੰਮਿਆ ਵਾਜਾਂ ਕਈ ਹਜ਼ਾਰ, ਸੁਣੀਆਂ ਵਿੱਚੋਂ ਗੈਬ ਦੇ ਕਰਦੀਆਂ ਜੈ ਜੈਕਾਰ, ਨਾਲੇ ਗੈਬੀ ਉਂਗਲਾਂ ਚਾਨਣ ਦਾ ਇੱਕ ਜਾਲ, ਬੁਣਿਆ ਦੁਆਲੇ ਇਸ ਦੇ ਅਦਭੁਤ ਅਤੇ ਕਮਾਲ, ਨਾ ਰੋਇਆ ਨਾ ਡੁਸਕਿਆ ਵੱਡਾ ਅਚਰਜ ਹੋਰ, ਸਿਆਣੇ ਕਿਸੇ ਮਨੁੱਖ ਜੋ ਮੁਸਕਾਇਆ ਏ ਛੋਰ। ਇਹ ਉਹਨਾਂ ਨੇ ਲਿਖੀ। ਇੱਕ ਹੋਰ ਉਹਨਾਂ ਦੀ ਬੜੀ ਅਹਿਮ ਹੈ, ਬਹੁਤ ਅਹਿਮ ਹੈ, ਉਹਦੀਆਂ 2-4 ਲਾਈਨਾਂ ਹੀ ਹੈਗੀਆਂ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਉਣ ਲੱਗੇ, ਉਹਨਾਂ ਨੇ ਜਦੋਂ ਜਨੇਊ ਪਾਉਣ ਲੱਗੇ ਤਾਂ ਉਹਨਾਂ ਨੇ ਕਿਹਾ ਕੀ ਹੈ? ਕਹਿੰਦੇ ਜੀ ਬੰਧਨ ਹੈ। ਤੇ ਹਜ਼ੂਰ ਨੇ ਕਿਹਾ ਕਿ ਤੁਹਾਡੀਆਂ ਅੱਖਾਂ 'ਚ ਬੰਧਨ ਹੈ, ਤੁਹਾਡੇ ਪੈਰਾਂ 'ਚ ਬੰਧਨ ਹੈ, ਤੁਹਾਡੀ ਜ਼ੁਬਾਨ ਤੇ ਬੰਧਨ ਹੈ, ਤੁਸੀਂ ਬੇਤੱਗਾ ਆਪੇ ਵੱਤੇ ਵਟ ਧਾਗੇ ਅਵਰਾ ਕੱਤੇ ਲੈ ਪਹਾੜ ਕਰੇ ਵਿਵਾਹ ਕੜਕਾਗਲ ਦੱਸੇ ਰਾ, ਆਪਣੇ ਆਪ ਤੁਹਾਡੇ ਬੰਧਨ ਹੈ ਨਹੀਂ, ਦੂਜਿਆਂ ਨੂੰ ਬੰਧਨ ਧਾਗੇ ਦੇ ਬੰਧਨ ਪਵਾ ਰਹੇ ਹੋ। ਉਹਦਾ ਜ਼ਿਕਰ ਬੜੀ ਸਾਰੀ ਬਰਾਦਰੀ ਜੁੜ ਗਈ ਸੀ, ਸਾਰੇ ਇਕੱਠੇ ਹੋ ਗਏ, ਸਾਰੇ ਇੱਕ ਬੜਾ ਵੱਡਾ, ਇਹਨੂੰ ਦਵਿਜ ਕਹਿੰਦੇ ਆ, ਦਵਿਜ ਜਨਮ ਹੁੰਦਾ ਹੈ ਜਦੋਂ ਜਨੇਊ ਪਾਇਆ ਜਾਂਦਾ ਹੈ। ਹੁਣ ਜੇ ਗੁਰੂ ਨਾਨਕ ਦੇਵ ਜੀ, ਇਹ ਬਹੁਤ ਅਹਿਮ ਹੈ ਕਿ ਜੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਗਰ ਨਹੀਂ ਪਾਣਾ ਸੀ ਤੇ ਇੱਕ ਦਿਨ ਪਹਿਲੇ ਕਹਿ ਦਿੰਦੇ, ਜਿਵੇਂ ਪਹਿਲੇ ਨਿਕਲ ਜਾਂਦੇ ਸੀ ਘਰੋਂ ਚਲੇ ਜਾਂਦੇ। ਨਹੀਂ, ਉਹ ਇੱਕ ਸੁਨੇਹਾ ਦੇਣਾ ਚਾਹੁੰਦੇ ਸੀ ਕਿ ਨਾ ਤਾਂ ਮੈਂ ਤੇ ਨਾ ਮੇਰੀ ਉਮਤ ਇਹਨਾਂ ਧਾਗੇ ਦੇ ਬੰਧਨਾਂ ਵਿੱਚ ਆਪਣੇ ਆਪ ਨੂੰ ਬੰਨੇਗੀ। ਉਹ ਜਿਸ ਵੇਲੇ ਹੋਇਆ, ਜਦੋਂ ਸਾਰੀ ਗੱਲਬਾਤ ਦੱਸੀ, ਤੇ ਉਹਦਾ ਜ਼ਿਕਰ ਮੋਹਨ ਸਿੰਘ ਕਰਦੇ ਹੈ ਨਾਨਕਾਇਣ ਦੇ ਵਿੱਚ। ਕਹਿੰਦਾ 10 ਸਾਲਾਂ ਦੇ ਬਾਲ ਤੋਂ ਸੁਣ ਕੇ ਐਸੇ ਵਾਕ, ਮੂੰਹ ਮਲ ਤੱਕਦੇ ਰਹਿ ਗਏ ਕਾਲੂ ਦੇ ਅੰਗ ਸਾਕ, ਪਿੰਡ ਦੇ ਬਾਕੀ ਲੋਕ ਵੀ ਹੋਏ ਬੜੇ ਹੈਰਾਨ, ਕਿੱਦਾਂ ਮੱਥਾ ਡਾਇਆ ਨਾਨਕ ਨਾਲ ਚਟਾਨ, ਸ਼ਾਸਤਰਾਂ ਦਾ ਪਰਮਗੜ ਹੋਇਆ ਚਕਨਾਚੂਰ, ਕੀਤਾ ਵਾਰ ਗਿਆਨ ਦਾ ਜਦ ਨਾਨਕ ਭਰਪੂਰ, ਪਿਆਰ ਨਾਲ ਸਮਝਾਇਆ। ਦੇਖੋ ਹਾਲਾਤ ਇਹੀ ਹੋਣਗੇ, ਨਜ਼ਾਰਾ ਖਿੱਚ ਰਿਹਾ। ਕਹਿੰਦੇ ਪਿਆਰ ਨਾਲ ਸਮਝਾਇਆ ਮੁੜ ਮੁੜ ਹਰੀ ਦਿਆਲ, ਤੇ ਧਮਕਾਇਆ ਪਿਓ ਨੇ ਕੱਢ ਕੇ ਅੱਖਾਂ ਲਾਲ, ਪਰ ਬਾਬਾ ਨਾ ਡੋਲਿਆ ਕਾਇਮ ਰੱਖਿਆ ਚਿੱਤ, ਇਹ ਸੀ ਜੀਵਨ ਘੋਲ ਵਿੱਚ ਉਸ ਦੀ ਪਹਿਲੀ ਜਿੱਤ। ਸੱਚ ਦੇ ਅੱਗੇ ਕੂੜ ਨੇ ਸੁੱਟ ਦਿੱਤੇ ਹਥਿਆਰ, ਘਰ ਘਰ ਦੇ ਵਿੱਚ ਵਧਿਆ ਨਾਨਕ ਦਾ ਸਦਕਾ। ਵਾਹ ਵਾਹ। ਮੈਨੂੰ ਕਵਿਤਾ ਨਾਲ, ਸ਼ਾਇਰੀ ਨਾਲ ਜਿਹੜਾ ਮਿਲਿਆ ਉਹ ਘਰ ਦੇ ਵਿੱਚੋਂ ਮਿਲਿਆ। ਮੇਰੇ ਤਾਇਆ ਜੀ ਸਾਮਾਨ ਸਿੰਘ ਮਸਕੀਨ, ਉਹ ਕਾਫੀ ਅੱਛੇ ਸ਼ਾਇਰ ਸੀ ਔਰ ਕਈ ਉਹਨਾਂ ਦੀਆਂ ਨਜ਼ਮਾਂ ਨੂੰ ਇਨਾਮੀ ਤੌਰ ਦੇ ਉੱਤੇ ਕਾਫੀ ਕੁਛ ਉਹਨਾਂ ਨੂੰ ਹਾਸਿਲ ਹੋਇਆ। ਔਰ ਉਹਨਾਂ ਦੀਆਂ ਕਿਤਾਬਾਂ ਦੇ ਵਿੱਚ ਕਈ ਜਗ੍ਹਾ ਉਹਨਾਂ ਦਾ ਜ਼ਿਕਰ ਆਉਂਦਾ ਹੈ। ਮੈਂ ਉਹਨਾਂ ਦੀਆਂ ਕਈ ਨਜ਼ਮਾਂ 'ਚ ਇੱਕ ਛੋਟੀ ਜਿਹੀ ਨਜ਼ਮ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਪਹਿਲੇ, ਆਉਣ ਤੋਂ ਪਹਿਲੇ ਦੀ ਭਾਰਤ ਮਾਤਾ ਦੀ ਪੁਕਾਰ ਉਹਨਾਂ ਨੇ ਲਿਖੀ। ਉਹ ਕਹਿੰਦੇ ਜੰਗਲ ਉਜਾੜ ਵਿੱਚ ਸੰਝ ਵੇਲੇ ਵਾਲ ਖੁੱਲੇ, ਗਲ ਵਿੱਚ ਕਫਨੀ ਹੈ ਪਾਈ ਕੋਈ ਨਾਰ ਖੜੀ, ਰੁੱਖ ਨਾਲ ਢਾਸਣਾ ਆਕਾਸ਼ ਵੱਲ ਨੈਣ ਕੀਤੇ, ਗੋਰੇ ਗੋਰੇ ਹੱਥਾਂ ਵਿੱਚ ਫੜੀ ਹੈ ਸਿਤਾਰ ਖੜੀ, ਬਿਰੋਂ ਭਰੇ ਸ਼ਬਦਾਂ ਵਿੱਚ ਛਿੜਿਆ ਹੈ ਰਾਗ ਐਸਾ, ਟੁੱਟੇ ਹੋਏ ਦਿਲ ਨਾਲ ਗਾਮ ਦੀ ਮਲਾਰ ਖੜੀ, ਤ੍ਰਿਪ ਤ੍ਰਿਪ ਨੈਣਾ ਵਿੱਚ ਹੰਝੂਆਂ ਦੀ ਝੜੀ ਲੱਗੀ, ਪ੍ਰੀਤਮ ਪਿਆਰੇ ਅੱਗੇ ਕਰਦੀ ਪੁਕਾਰ ਖੜੀ, ਛਾਇਆ ਹੈ ਅੰਧੇਰ ਕੋ ਪਕੇਰ ਸਾਰੇ ਹਿੰਦ ਵਿੱਚ, ਪਾਪੀਆਂ ਦੇ ਹੱਥ ਵਿੱਚ ਪਾਪ ਦੀ ਕਟਾਰ ਪੜੀ, ਲੁੱਟਦੇ ਨੇ ਪੁੱਟਦੇ ਨੇ ਕੁੱਟਦੇ ਬੇਦੋਸ਼ੀਆਂ ਨੂੰ, ਥਾਈ ਥਾਈ ਜ਼ਾਲਮਾਂ ਦੀ ਫੌਜ ਹੈ ਅਪਾਰ ਖੜੀ,
ਚੱਲਿਆ ਨਾ ਠੱਲਿਆ ਜਾਏ ਦੁੱਖ ਦੇਖ ਕਰ, ਚੀਖ ਤੇ ਪੁਕਾਰ ਹਾਏ ਸੀਨੇ ਤਾਈਂ ਸਾੜ ਖੜੀ, ਆਈ ਤੋਂ ਬਚਾਈ ਮਸਕੀਨ ਸਾਈਂ ਮਾਲਕਾ ਵੇ, ਭਾਰਤ ਵਿਚਾਰੀ ਮਾਰੀ ਦੁੱਖਾਂ ਦੀ ਪੁਕਾਰ ਖੜੀ। ਇਹ ਉਹਨਾਂ ਦੀ ਨਜ਼ਮ ਜਿਹੜੀ ਸੀਗੀ। ਤੇ ਇੱਕ ਹੋਰ ਬੜੇ ਅੱਛੇ, ਬਸ ਮੈਂ 2-3 ਹੋਰ ਹੈਗੇ ਆ, ਮੈਂ ਕੋਸ਼ਿਸ਼ ਹੈ ਜ਼ਰੂਰ ਸਾਂਝੇ ਕਰ ਲਵਾਂ। ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਜਿਹੜੇ ਕਿ ਬਾਅਦ ਵਿੱਚ ਉੱਥੋਂ ਦੇ ਹੀ ਸੁੱਖੋ ਦੇ ਹੀ ਰਹਿਣ ਵਾਲੇ ਸੀ, ਤੇ ਉਹ ਬਾਅਦ ਵਿੱਚ ਪੰਜਾਬ ਦੇ ਵਜ਼ੀਰ ਆਲਾ ਵੀ ਬਣੇ। ਤੇ ਉਹਨਾਂ ਨੇ ਵੀ ਇੱਕ ਬਹੁਤ ਸੋਹਣੀ ਇੱਕ ਲਿਖੀ ਹੈ, ਜੇ ਇੱਕ ਅਕਾਲ ਮੰਨੇ ਮੰਨੇ ਨਾ ਮੈਨੂੰ ਮੰਨੇ। ਇਹ ਵਹਿਦੀਅਤ ਦੀ ਗੱਲ ਜਿਹੜੀ ਸੀ, ਇੱਕ ਹੈ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਤੇ ਉਹਨਾਂ ਦੀ ਨਜ਼ਮ ਬੜੀ ਪਿਆਰੀ ਹੈ। ਆਵੇ ਜ਼ਰੂਰ ਆਵੇ ਰਸਤੇ ਕਿਸੇ ਤੋਂ ਆਵੇ, ਪਾਵੇ ਜ਼ਰੂਰ ਪਾਵੇ ਰਸਤੇ ਕਿਸੇ ਤੋਂ ਪਾਵੇ। ਇਹ ਮੇਰੇ ਤਾਇਆ ਜੀ ਦੇ ਬਹੁਤ ਕਰੀਬੀ ਦੋਸਤ ਵੀ ਸੀਗੇ, ਹਮੇਸ਼ਾ ਉਹਨਾਂ ਨਾਲ ਉੱਥੇ ਹੀ ਇਹਨਾਂ ਨਾਲ ਮੁਲਾਕਾਤ ਵੀ ਸਾਰਿਆਂ ਨਾਲ ਹੁੰਦੀ ਸੀ। ਕਹਿੰਦੇ ਆਵੇ ਜ਼ਰੂਰ ਆਵੇ ਰਸਤੇ ਕਿਸੇ ਤੋਂ ਆਵੇ, ਪਾਵੇ ਜ਼ਰੂਰ ਪਾਵੇ ਰਸਤੇ ਕਿਸੇ ਤੋਂ ਪਾਵੇ, ਦਾਵਾ ਏਕ ਤਾਂ ਸਭ ਉਲਟਾ ਏਰਾ ਬੁਲਾਵੇ, ਮੋਮਨ ਨਾ ਸਭ ਸੁਜਾਕੇ ਹਿੰਦੂ ਨਾ ਸਾਰੇ ਅੰਨੇ, ਜੇ ਇੱਕ ਅਕਾਲ ਮੰਨੇ ਮੰਨੇ ਨਾ ਮੈਨੂੰ ਮੰਨੇ। ਗੋਰਾ ਜਾਂ ਕਾਲਾ ਸੰਵਲਾ ਏ ਰੰਗ ਵਨ ਸਵੰਨੇ, ਹਰ ਰੰਗ ਵਿੱਚ ਉਹ ਵਸੇ ਰਹਿੰਦਾ ਹੈ ਫੇਰ ਬੰਨੇ, ਆਪੇ ਬਣਾਉਂਦਾ ਹੈ ਆਪੇ ਚਾਹੇ ਜਾਂ ਪੰਨੇ, ਉਹ ਲੱਭ ਲਿਆ ਸੀ ਦੇਖੋ ਪੱਥਰ ਨੇ ਵਿੱਚੋਂ ਤੰਨੇ, ਜੋ ਇੱਕ ਅਕਾਲ ਮੰਨੇ ਮੰਨੇ ਨਾ ਮੈਨੂੰ ਮੰਨੇ। ਹੈ ਪਸਰਿਆ ਚੁਫੇਰੇ ਉਹਦਾ ਪਸਾਰ ਸਾਰੇ, ਉਹ ਹੈ ਹੇਠ ਉੱਤੇ ਅੰਦਰ ਤੇ ਬਾਹਰ ਸਾਰੇ, ਦੱਸਣ ਉਸੇ ਦੀ ਕੁਦਰਤ ਜੰਗਲ ਪਹਾੜ ਸਾਰੇ, ਉਹਦੇ ਬਿਨਾਂ ਇਹ ਜਾਣੋ ਉਜੜੇ ਦੁਆਰ ਬੰਨੇ, ਜੋ ਇੱਕ ਅਕਾਲ ਮੰਨੇ ਮੰਨੇ ਨਾ ਮੈਨੂੰ ਮੰਨੇ। ਸ਼ਾਂਤੀ ਦਾ ਘਰ ਹੈ ਮਜ਼ਹਬ ਮੱਲਾਂ ਦਾ ਨਹੀਂ ਅਖਾੜਾ, ਇੱਥੇ ਨਾ ਪਹੁੰਚ ਸਕੇ ਦੂਈ ਦਵੈਤ ਸਾੜਾ, ਹੱਦ ਏਸ ਦੀ ਸੱਚਾਈ ਸੱਚ ਏਸ ਦਾ ਹੈ ਵਾੜਾ, ਨਿਸ਼ਚਾ ਟਿਕਾ ਕੇ ਟਿੱਕੇ ਵਹਿਦਤ ਦੇ ਪੀਵੇ ਛੰਨੇ, ਬਸ ਇੱਕ ਅਕਾਲ ਮੰਨੇ ਮੰਨੇ ਨਾ ਮੈਨੂੰ ਮੰਨੇ। ਸਭ ਪੁਤਲੀਆਂ ਨਚਾਂਦਾ ਇੱਕੋ ਉਤਾਰ ਵਾਲਾ, ਰਸ ਦੇਵਦਾ ਹੈ ਜੜ ਨੂੰ ਇੱਕੋ ਬਹਾਰ ਵਾਲਾ, ਗੁਣ ਉਸ ਦੇ ਨੇ ਸਾਰੇ ਉਹ ਭੰਡਾਰ ਵਾਲਾ, ਉਸਨੇ ਰਸ ਰਸਾਇਆ ਭਰਿਆ ਜੋ ਵਿੱਚ ਗੰਨੇ, ਜੋ ਇੱਕ ਅਕਾਲ ਮੰਨੇ ਮੰਨੇ ਨਾ ਮੈਨੂੰ ਮੰਨੇ। ਹੈ ਬੀਜ ਦੀ ਹੀ ਬਰਕਤ ਪਰ ਬੀਜ ਕਿਸ ਉਗਾਇਆ, ਅਕਲਾਂ ਦੇ ਚਮਤਕਾਰੇ ਪਰ ਅਕਲ ਕਿਸ ਸਿਖਾਇਆ, ਅਸਲੋਂ ਹੈ ਮੂਲ ਕਿਹੜਾ ਆਇਆ ਕਿ ਜੋ ਲਿਆਇਆ, ਜੜ ਤੋਂ ਬਗੈਰ ਉਪਜਣ ਨਾ ਡਾਲੀਆਂ ਨਾ ਤੰਨੇ, ਜੋ ਇੱਕ ਅਕਾਲ ਮੰਨੇ ਮੰਨੇ ਨਾ ਮੈਨੂੰ ਮੰਨੇ। ਪੰਛੀ ਜਨੌਰ ਸਬਜ਼ੀ ਕੁਦਰਤ ਬਣਾਏ ਜੋੜਾ, ਇੱਕੋ ਬਿਰਛ ਦੇ ਫਲ ਨੇ ਮਿੱਠਾ ਤੇ ਕੋਈ ਕੋੜਾ, ਪਰਬਤ ਹੈ ਜਾਂ ਕਿ ਤੀਲਾ ਕੋਈ ਨਹੀਂ ਬੇਲੋੜਾ, ਦਰਸਾਉਂਦੇ ਨੇ ਇਹੋ ਕੁਦਰਤ ਦੇ ਸਾਬੇ ਪੰਨੇ, ਜੋ ਇੱਕ ਅਕਾਲ ਮੰਨੇ ਮੰਨੇ ਨਾ ਮੈਨੂੰ ਮੰਨੇ। ਤੇ ਇਸ ਦੇ ਨਾਲ ਹੀ ਧਨੀ ਰਾਮ ਚਾਤਰਕ ਜੀ, ਉਹਨਾਂ ਨੇ ਬਹੁਤ ਸੋਹਣਾ ਲਿਖਿਆ, ਜਿਸ ਦੇ ਚਾਨਣ ਰਿਸ਼ਮਾ ਪਾਈਆਂ ਲਹਿਣੇ ਦੇ ਆਈਨੇ ਤੇ, ਉਸ ਜੋਤ ਨੇ ਛਾਪ ਲਗਾਈ ਕੰਧਾਰੀ ਦੇ ਸੀਨੇ ਤੇ, ਬਾਲਕ ਵਾਗੀ ਬੁੱਢਾ ਕੀਤਾ ਬੇਰ ਬਣਾਇਆ ਰੇਠੇ ਦਾ, ਰਾਏ ਬੁਲਾਰ ਮੁਰੀਦ ਕਰ ਲਿਆ ਪਾਕੇ ਨੂਰ ਨਗੀਨੇ ਤੇ, ਕਿਰਤੀ ਦਾ ਭੰਡਾਰ ਵਿਖਾਇਆ ਅੰਨੇ ਮਾਇਆ ਧਾਰੀ ਨੂੰ, ਸੱਜਣ ਠੱਗ ਨੂੰ ਝਾਤ ਪਵਾਈ ਘਰ ਵਿੱਚ ਪਈ ਦਫੀਨੇ ਤੇ। ਤੋ ਇਹ ਧਨੀ ਰਾਮ ਚਾਤਰਕ ਜੀ ਦੀ ਸੀ, ਜਿਹੜੀ ਮੈਂ ਪਹਿਲੇ ਵੀ ਸ਼ਾਇਦ ਹਾਂਜੀ ਉਹਦਾ ਹੋ ਗਿਆ। ਇੱਕ ਚਰਨ ਸਿੰਘ ਸ਼ਹੀਦ ਸਨ ਸੁਥਰਾ, ਉਹਨਾਂ ਨੇ ਬਹੁਤ ਕਮਾਲ, ਉਹਨਾਂ ਦਾ ਨਜ਼ਰੀਆ ਹੋਰ ਹੈ। ਉਹ ਕਹਿੰਦੇ ਕਿ ਜਿਹੜਾ ਗੁਰੂ ਨਾਨਕ ਦੇਵ ਜੀ ਕਿਹੜੀ ਥਾਂ ਤੋਂ ਆਏ ਹੈ, ਇਹ ਇੱਕ ਬੜਾ ਅਸਮੰਜਸ ਹੈ, ਪਰ ਉਹ ਆ ਕੇ ਕਹਿੰਦਾ ਘਰ ਨਹੀਂ ਬੈਠੇ, ਆਪਣੇ ਘਰ ਨਹੀਂ ਬੈਠੇ, ਔਰ ਉੱਥੇ ਗਏ ਹੈ ਜਿਨ੍ਹਾਂ ਨੂੰ ਤਾਰਨਾ ਹੈ। ਕੋਈ ਉਹਨਾਂ ਦੇ ਕੋਲ ਖੁਦ ਚੱਲ ਕੇ ਨਹੀਂ ਆਇਆ ਜੀ ਮੈਨੂੰ ਤੁਸੀਂ ਤਾਰੋ, ਉਹ ਖੁਦ ਜਿਹੜੇ ਹੈ ਜਾਂਦੇ ਰਹੇ ਹੈ। ਉਸ ਚੀਜ਼ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ। ਕਹਿੰਦੇ ਹਨ ਕਿ ਚਾਨਣ ਛਿਨ ਵਿੱਚ ਲੱਖਾਂ ਮੀਲ ਹੈ ਜਾਂਦਾ, ਸੂਰਜ 8 ਮਿੰਟਾਂ ਵਿੱਚ ਜਗਤੇ ਆਪਣੀ ਕਿਰਨ ਪਹੁੰਚਾਉਂਦਾ, ਆਸਮਾਨ ਵਿੱਚ ਉਸ ਨਾਲੋਂ ਵੀ ਦੂਰ ਕਈ ਹਨ ਤਾਰੇ, ਕਿਰਨ ਜਿਨ੍ਹਾਂ ਦੀ ਸਾਲਾਂ ਸਦੀਆਂ ਵਿੱਚ ਪਹੁੰਚੇ ਸੰਸਾਰੇ, ਸੱਚਖੰਡ ਹੈ ਉਹਨਾਂ ਤੋਂ ਵੀ 100 ਗੁਣ ਕਹਿਣਾ ਦੂਰ ਦੁਰਾਡਾ, ਜਿਸ ਦਾ ਲੇਖਾ ਕਰ ਨਾ ਸਕੇ ਖਿਆਲ ਹਿਸਾਬ ਸਾਡਾ, ਐਡੀ ਦੂਰੋਂ ਸਤਿਗੁਰ ਨਾਨਕ ਆਪੇ ਚੱਲ ਕੇ ਆਇਆ, ਆਪੇ ਖਾਦਾ ਤਰਸ ਜਗਤ ਤੇ ਆਪੇ ਕਸ਼ਟ ਹਟਾਇਆ, ਆਪੇ ਹੀ ਫਿਰ ਘਰੋਂ ਨਿਕਲ ਕੇ ਚੱਕਰ ਚਤਰਫੀ ਲਾਏ, ਪਿੰਡ ਪਿੰਡ ਤੇ ਘਰ ਘਰ ਜਾ ਕੇ ਆਪੇ ਲੋਕ ਤਰਾਏ, ਆਪੇ ਗਿਆ ਪਹਾੜਾਂ ਉੱਤੇ ਆਪੇ ਟੱਪਿਆ ਨਦੀਆਂ, ਜੰਗਲ ਬੇਲੇ ਰੇਤ ਥਲੇ ਵਿੱਚ ਪੁੱਟਦਾ ਫਿਰਦਾ ਬਦੀਆਂ, ਆਪੇ ਬੰਗਲਾ ਤਿੱਬਤ ਯੂਪੀ ਸੰਗਲ ਦੀਪ ਜਾ ਫਿਰਿਆ, ਕਈ ਵੇਰ ਕਦਾਂ ਵਿੱਚ ਫਸਿਆ, ਚੋਰਾਂ ਦੇ ਹੱਥ ਘਿਰਿਆ, ਲੱਭਦਾ ਫਿਰਦਾ ਦੁਸ਼ਟਾਂ ਤਾਈਂ ਮੁਕਤ ਕਰਾਵਣ ਖਾਤਰ, ਚੁਣਦਾ ਰਿਹਾ ਪਾਪੀਆਂ ਤਾਈਂ ਨੱਕ ਬਣਾਵਣ ਖਾਤਰ, ਰਾਜਪਤਾਨੇ ਤੁਰਕਸਤਾਨੇ ਤੇ ਅਫਗਾਨਿਸਤਾਨੇ, ਕੱਛ ਕਸ਼ਮੀਰ ਬਲੋਚਿਸਤਾਨੇ, ਅਰਬ ਇਰਾਕ ਈਰਾਨੇ,
ਭੁੱਖੇ ਰਹਿ ਨਿੰਦਾ ਸਹਿ ਸਹਿ ਪੁੰਜੇ ਬਹਿ ਬਹਿ ਆਪੇ, ਪੈਰੀ ਤੁਰ ਤੁਰ ਜ਼ਰਾ ਨਾ ਥੱਕਿਆ, ਮੇਟੇ ਜਗ ਦੇ ਸਿਆਪੇ। ਇਸ ਤੋਂ ਮੈਨੂੰ ਨਿਸ਼ਚਾ ਹੋਇਆ ਕਿ ਜਿਹੜਾ ਹੈਗਾ ਤਰਨ ਵਾਲਿਆਂ ਨਾਲੋਂ ਕਾਲਾ, ਖੁਦ ਹੈ ਤਾਰਨ ਵਾਲਾ, ਤਦੇ ਮਸਤਾ ਆਪਾਂ ਬੈਠੇ, ਆਪੇ ਆਓ ਨਿਸ਼ਚੇ ਆਓ, ਸੁਥਰੇ ਮੁਕਤ ਕਰਾਓ। ਜੇ ਐਡੀ ਦੂਰ ਨਹੀਂ ਥੱਕਿਆ ਤੇ ਇੱਥੇ ਵੀ ਨਹੀਂ ਥੱਕੇਗਾ। ਤੇ ਇਹ ਉਹਨਾਂ ਦੀ ਜਿਹੜੀ ਸੀਗੀ। ਔਰ ਉਸ ਦੇ ਬਾਅਦ ਜਿਹੜੀਆਂ ਅਖੀਰ ਦੀਆਂ ਦੋ ਹੈਗੀਆਂ, ਹਿੰਦੀ ਦੀ ਹੈ, ਉਹ ਕਾਫੀ ਮੈਥਿਲੀ ਸ਼ਰਨ ਗੁਪਤ ਜਿਹੜੇ ਕੌਮੀ ਸ਼ਾਇਰ ਸੀ, ਉਹਨਾਂ ਨੇ ਵੀ ਇਹੀ ਲਿਖਿਆ। ਉਹਨਾਂ ਦਾ ਮੇਨ ਇਹ ਸੀਗਾ ਕਿ ਉਹਨਾਂ ਦੇ ਆਪਣੇ ਔਲਾਦ ਹੋਣ ਦੇ ਬਾਵਜੂਦ ਆਪਣੀ ਔਲਾਦ ਦੇ ਵਿੱਚੋਂ ਗੱਦੀ ਨਹੀਂ ਦਿੱਤੀ, ਉਹ ਬਾਹਰੋਂ ਦਿੱਤੀ ਹੈਗੀ ਹੈ। ਤੇ ਜਿਹੜੀ ਸਭ ਤੋਂ ਮਸ਼ਹੂਰ ਹੈ ਉਹ ਉਰਦੂ ਦੀਆਂ ਮੈਂ ਦੋ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਇੱਕ ਹੈਗੀ ਹੈ ਅਲਾਮਾ ਇਕਬਾਲ ਦੀ, ਜਿਹੜੀ ਜੋ ਕੁਝ ਲਿਖਿਆ ਹੈ ਔਰ ਜਿਸ ਢੰਗ ਨਾਲ ਲਿਖਿਆ, ਉਹ ਕਹਿੰਦੇ ਕੌਮ ਨੇ ਪੈਗਾਮੇ ਗੌਤਮ ਕੀ ਜ਼ਰਾ ਪਰਵਾਹ ਨਾ ਕੀ। ਮਤਲਬ ਸ਼ੁਰੂਆਤ ਉੱਥੋਂ ਹੋਈ, कौम ने पैगामे गौतम की जरा परवाह न की, कदर पहचानी ना अपनी गौहर यकदाना की, आ बदकिस्मत रहे आवाज़ हक से बेखबर, गाफिल अपने फल की शीरनी से होता है शजर। आश्कार उसने किया जो जिंदगी का राज था, हिंद को लेकिन ख्याली फलसफे पर नाज था, शमे हक से जो मुनव्वर हो ये वह महफिल न थी, बारिशे रहमत हुई लेकिन जमी काबिल न थी। आशूदर के लिए हिंदुस्तान गमखाना है, दर्द इंसानी से इस बस्ती का दिल बेगाना है, बरहमन शरशार है अब तक मैं पिंदार में, शमए गौतम जल रही महफिले अग्यार में, बुत कदा फिर बात मुद्दत के रोशन हुआ, नूरे इब्राहिम से आजर का घर रोशन हुआ, फिर उठी आखिर सद्दा तौहीद की पंजाब से, हिंद को एक मर्दे कामिल ने जगाया ख्वाब से। और एक बहुत कमाल है, मैं जदों उस पीरियड ਨੂੰ ਦੇਖਦਾ, ਨਜ਼ੀਰ ਅਕਬਰ ਆਬਾਦੀ ਲੈਣ ਵਾਲੇ ਦਿੱਲੀ ਦੇ ਔਰ ਲਖਨਊ ਦੇ ਸੀ, ਔਰ ਉਹਨਾਂ ਦਾ ਜਨਮ ਹੋਇਆ 1735 ਦੇ ਵਿੱਚ ਤੇ ਫੌਤ ਹੋਏ 1830 ਦੇ ਵਿੱਚ। ਪੰਜਾਬ ਉਸ ਵੇਲੇ ਕਤਲੋ ਗਾਰਤ ਦਾ ਦੌਰ ਸੀ, ਇਤਨਾ ਬਹੁਤ ਜ਼ਿਆਦਾ। ਮਗਰ ਉਹਨਾਂ ਨੇ ਜਿਹੜੀ ਨਜ਼ਮ ਲਿਖੀ ਹੈ, ਉਹਨਾਂ ਨੇ ਨਜ਼ੀਰ ਅਕਬਰ ਆਬਾਦੀ ਨੇ, ਉਹ ਕਮਾਲ ਕਰਦੇ ਹੈ। कहते कहते हैं नानक शाह जिन्हें वो पूरे हैं आगाह गुरु, वह कामल रहबर जग में हैं यो रोशन जैसे माँ गुरु, मकसूद मुराद उम्मीद सभी बरलाते हैं, दिलखा गुरु नित लुत्फ करम से करते हैं हम लोगों का निर्वाह गुरु, इस बख्शिश के इस अजमत के हैं बाबा नानक शाह गुरु, सब सीस निवार अरदास करो और हरदम बोलो वाह गुरु। हर आन दिलों विच या अपने जो ध्यान गुरु का लाते हैं और सेवक होकर उनके ही हर सूरत बीच कहाते हैं, गुरु अपनी लुत्फो इनायत से सुख चैन उसे दिखलाते हैं, खुश रखते हर हाल उन्हें सब उनके काज बनाते हैं, इस बख्शिश के इस अजमत के हैं बाबा नानक शाह गुरु, सब सीस निवार अरदास करो और हरदम बोलो वाह गुरु। दिन रात सबों ने याद दिल दे है याद गुरु से काम लिया, सब मन के मकसद भर पाए खुश वक्ती का हंगाम लिया, दुख दर्द में अपने ध्यान लगा जिस वक्त गुरु का नाम लिया, पल बीज गुरु ने आन खुशहाल किया और थाम लिया, इस बख्शिश के हैं इस अजमत के हैं बाबा नानक शाह गुरु, सब सीस निवार अरदास करो और हरदम बोलो वाह गुरु। सो ये कुछ जेड़े शायरां दी नजर च एक रूहानी शायर जिन्हां नूं कह लो, जिन्हां ने अपने आप बारे कहा, गुरु नानक देव जी ने नानक साए रेव कहता है। मैनू इस करदिया एक गल आई कि जिवें चरण सिंह शहीद ने कहा कि जेड़े जेड़े भावें वो ठग सन, भावें वो कौड़ा राकेश सी या कोई भूमिया चोर सी, उन्हां दे कोल गए है, पर असी ते वो भी नहीं बन सकते, ते साडा फिर उधार किद्दां होना है। ते वो मैनू अपने आप दा सोच के कुछ लाइना मैं खुद लिखण दियां, मैं कोई है नहीं, पर एक दिल दे विचों निकलियां कि प्रीतम जे तू मिलना चाहवे, मतलब आम ते हुंदा मैं तैनू मिलना चाहना, नहीं जे तू मैनू मिलना चाहवे प्रीतम, जे तू मिलना चाहवे मैं मुड़ मुड़ लुक लुक जावां, मैं होछी मैं अत कमीनी तुद मुखड़ा किंज दिखलावां, तेज तेरा ना जाए झलिया मैं नेड़े कित विद्यावां, दूरों हुई मैनू दे असीसां सोच तेरी विच गुड़ गुड़ गोते खावां, प्रीतम गुड़ गुड़ गोते खावां। ते अखीर दे विच मैं एक बिहारी कवि सी, उन्हां दी जिहड़ी दुआ है, उन्हां दी अरदास है, इल्तजा है, वो लफज बड़े प्यारे मैनू लगदे है। वो कहंदे है चादर मैली
ਸਾਬਣ ਥੋੜਾ ਜਦ ਦੇਖਾਂ ਤਦ ਰੋਵਾਂ, ਬਹੁਤੇ ਦਾਗ ਲੱਗੇ ਤਨ ਮੇਰੇ, ਮੈਂ ਕਿਹੜਾ ਕਿਹੜਾ ਧੋਵਾਂ, ਦਾਗਾਂ ਦੀ ਕੋਈ ਕੀਮਤ ਨਹੀਂ, ਮੈਂ ਕਿਉਂ ਕਰ ਹੱਛੀ ਹੋਵਾਂ, ਸ੍ਰੀ ਸਾਹਿਬ ਮੈਨੂੰ ਦਰਸ਼ਨ ਦੇਵੋ, ਮੈਂ ਸੱਚੇ ਸਾਬਣ ਧੋਵਾਂ। ਸੋ ਇੱਕ ਵਾਰ ਫਿਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੀ ਸਭ ਨੂੰ ਵਧਾਈ ਦਿੰਦੇ ਆ। ਔਰ ਇਹ ਜਿਹੜੀ ਸਾਂਝੀ ਚੀਜ਼ ਸੀ, ਇਹ ਤੁਹਾਡਾ ਜਿਹੜਾ ਉਪਰਾਲਾ ਹੈ, ਇਹ ਵਾਕਈ ਇੱਕ ਤਾਰੀਖੀ ਹੈ। ਔਰ ਉਹ ਜਿਹੜਾ ਪੈਗਾਮ ਹਮਾਨਗੀ ਦਾ ਔਰ ਜਿਹੜੀ ਇੱਕ ਵਹਿਦੀਅਤ ਦਾ, ਉਹ ਬਸ ਆ ਜਾਏ, ਬਾਕੀ ਸਾਰੀਆਂ ਗੱਲਾਂ ਪਿੱਛੇ ਰਹਿ ਜਾਣਗੀਆਂ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੇ ਦਰਸ਼ਕਾਂ ਸਰੋਤਿਆਂ ਦਾ, ਸਾਰੇ ਜਿਹੜੇ ਨਾਜ਼ਰੀਨ ਔਰ ਹਾਜ਼ਰੀਨ ਦਾ ਬਹੁਤ ਬਹੁਤ। ਡਾਕਟਰ ਸਾਹਿਬ ਤੁਹਾਡਾ ਨਿੱਜੀ ਤੌਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਛਾ, ਮੈਂ ਲਾਂਬਾ ਜੀ ਤੁਹਾਨੂੰ ਮੈਂ ਇੱਕ ਬੇਨਤੀ ਕਰਨਾ ਚਾਹ ਰਿਹਾ ਕਿ ਮਾਸ਼ਾਅੱਲਾ ਬਹੁਤ ਖੂਬਸੂਰਤ ਅੱਜ ਦੀ ਗੁਫ਼ਤਗੂ, ਇਹ ਅਸੀਂ ਰਿਕਾਰਡ ਵੀ ਨਾਲ ਕਰ ਰਹੇ ਸਾਂ ਔਰ ਇਹ ਫੇਸਬੁੱਕ ਦੇ ਉੱਤੇ ਵੀ ਲਾਈਵ ਜਾ ਰਿਹਾ ਸੀ, ਤੇ ਅਸੀਂ ਕੋਸ਼ਿਸ਼ ਕਰਾਂਗਾ ਕਿ ਇਹਨੂੰ ਡਾਊਨਲੋਡ ਕਰਕੇ ਤੇ ਇਹ ਵੀਡੀਓ ਵੀ ਆਪਣੀ ਵੈਬਸਾਈਟ ਤੇ ਵੀ, ਆਪਣੇ YouTube ਚੈਨਲ ਤੇ ਵੀ, ਫੇਸਬੁੱਕ ਤੇ ਵੀ ਅਸੀਂ ਪਾਵਾਂਗੇ। ਤੇ ਮੈਂ ਕਹਿਣਾ ਚਾਹ ਰਿਹਾ ਸਾਂ ਕਿ ਇਹ ਸਾਰੀਆਂ ਨਜ਼ਮਾਂ ਇਹ ਤੁਸੀਂ ਅਗਰ ਸਾਨੂੰ ਭਿਜਵਾ ਦਿਓ ਤੇ ਅਸੀਂ ਆਪਣੇ ਅਗਲੇ ਮੈਗਜ਼ੀਨ ਵਿੱਚ ਬਾਬਾ ਜੀ ਦੇ ਨਾਂ ਤੋਂ ਇਹ ਇੱਕ ਨੰਬਰ ਕੱਢ ਕੇ ਨਾ ਜੀ, ਤੇ ਇਹ ਸ਼ਾਇਰਾਂ ਦਾ ਬਹੁਤ ਅੱਛਾ ਟ੍ਰਿਬਿਊਟ ਹੈ ਉਹਨਾਂ ਨੂੰ, ਤੇ ਇਹ ਅਸੀਂ ਉਹਦੇ 'ਚ ਸ਼ਾਮਿਲ ਕਰਾਂਗੇ। ਔਰ ਤੁਹਾਡੀ ਜਿਹੜੀ ਤੁਸੀਂ ਆਖਰ ਵਿੱਚ ਆਪਣੀ ਨਜ਼ਮ ਪੜ੍ਹੀ ਹੈ, ਇਹ ਮੈਂ ਫਰਮਾਇਸ਼ ਕਰਾਂਗਾ ਕਿ ਤੁਸੀਂ ਕੱਲ ਵਾਲੇ ਮੁਸ਼ਾਇਰੇ 'ਚ ਇਹ ਜ਼ਰੂਰ ਪੜ੍ਹਨੀ ਜੇ। ਬਹੁਤ ਖੂਬਸੂਰਤ ਲਾਈਨਾਂ ਨੇ, ਬਹੁਤ ਖੂਬਸੂਰਤ ਲਾਈਨਾਂ ਨੇ। ਡਾਕਟਰ ਸਾਹਿਬ ਉਹ ਇੱਕ ਕਹਿੰਦੇ ਨਾ ਜੀ ਕਿ ਕਿਧਰੇ 4 ਬੰਦੇ ਘੋੜਿਆਂ ਤੇ ਸੀਗੇ ਤੇ ਇੱਕ ਖੋਤੇ ਤੇ ਸੀਗਾ, ਕਿਸੇ ਨੇ ਪੁੱਛਿਆ ਉਹਨਾਂ 4 ਨੂੰ, ਘੋੜ ਸਵਾਰਾਂ ਨੂੰ, ਕਿੱਥੇ ਜਾ ਰਹੇ ਹੋ? ਉਹ ਤੇ ਨਹੀਂ ਬੋਲੇ, ਉਹ ਖੋਤੇ ਵਾਲਾ ਕਹਿੰਦਾ ਜੀ 5 ਸਵਾਰ ਦਿੱਲੀ ਜਾ ਰਹੇ ਹੈ, ਤੇ ਮੈਨੂੰ ਵੀ ਰਚਨਾ ਸ਼ਾਮਿਲ ਕਰੋ। ਨਹੀਂ ਬਹੁਤ ਖੂਬਸੂਰਤ ਜੀ, ਬਹੁਤ ਖੂਬਸੂਰਤ ਤੁਹਾਡੀ ਲਾਈਨਾਂ, ਬਹੁਤ